ਤੇ ਸੁੱਖ ਔਰ ਦੁੱਖ ਨੂੰ ਦੋ ਢੰਗਾਂ ਦੇ ਨਾਲ ਮਨੁੱਖ ਵੇਖਦੇ ਨੇ। ਇੱਕ ਉਹ ਨੇ ਜਿਨ੍ਹਾਂ ਦੇ ਅੰਦਰ ਨੈਗੇਟਿਵ ਥਿੰਕਿੰਗ ਆ ਜਾਂਦੀ ਹੈ, ਤੇ ਇੱਕ ਉਹ ਨੇ ਜੋ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਜਾਂਦੇ ਨੇ। ਇਹ ਦੋ ਢੰਗਾਂ ਦੇ ਨਾਲ ਮਨੁੱਖ ਇਸ ਸੰਸਾਰ ਨੂੰ ਵੇਖਦੇ ਨੇ, ਦੁੱਖਾਂ ਨੂੰ ਵੀ ਔਰ ਸੁੱਖਾਂ ਨੂੰ। ਤਾਂ ਗੁਰੂਦੇਵ ਪਾਤਸ਼ਾਹ ਨੇ ਇੱਥੇ ਸਾਨੂੰ ਸੁੱਖ ਔਰ ਦੁੱਖ ਨੂੰ ਵੇਖਣ ਦਾ ਇੱਕ ਨਵਾਂ ਨਜ਼ਰੀਆ ਦਿੱਤਾ ਹੈ। ਖਾਸ ਕਰਕੇ ਦੁੱਖ ਨੂੰ ਆਮ ਲੋਕਾਂ ਨੇ ਦੁੱਖ ਦੇ ਰੂਪ ਵਿੱਚ ਹੀ ਵੇਖਿਆ, ਤੇ ਜਿਹੜੇ ਲੋਕ ਦੁੱਖਾਂ ਤੋਂ ਘਾਬਰੇ, ਦੁੱਖਾਂ ਨੂੰ ਵੇਖ ਕੇ ਘਾਬਰ ਗਏ, ਉਹ ਲੋਕ ਤਰੱਕੀ ਨਹੀਂ ਕਰ ਪਾਏ। ਉਹਨਾਂ ਨੇ ਹੋਰ ਦੁੱਖ ਸਹੇੜ ਲਏ। ਤੇ ਜਿਨ੍ਹਾਂ ਨੇ ਦੁੱਖ ਨੂੰ ਕਿਸੇ ਵੱਖਰੇ ਨਜ਼ਰੀਏ ਨਾਲ ਵੇਖਿਆ, ਜਿਸ ਨਜ਼ਰੀਏ ਨਾਲ ਗੁਰੂ ਜੀ ਸਾਨੂੰ ਦੱਸ ਰਹੇ ਨੇ, ਤਾਂ ਉਹਨਾਂ ਨੇ ਆਪ ਵੀ ਦੁੱਖਾਂ ਤੋਂ ਨਿਜਾਤ ਪਾਈ ਔਰ ਸੰਸਾਰ ਨੂੰ ਵੀ ਦੁੱਖਾਂ ਤੋਂ ਛੁਟਕਾਰਾ ਦਿਵਾਇਆ। ਸੁੱਖ ਨੂੰ ਵੀ ਲੋਕ ਦੋ ਤਰ੍ਹਾਂ ਵੇਖਦੇ ਨੇ। ਇੱਕ ਲੋਕ ਉਹ ਨੇ ਸੁੱਖਾਂ ਦੇ ਅੰਦਰ ਜੀਵਨ ਐਸ਼ ਢੰਗ ਦੇ ਨਾਲ ਬਿਤਾਉਂਦੇ ਨੇ ਕਿ ਉਹ ਸੁੱਖ ਹੀ ਉਹਨਾਂ ਦੇ ਪਤਨ ਦਾ ਕਾਰਨ ਬਣ ਜਾਂਦੇ ਨੇ, ਉਹ ਸੁੱਖ ਹੀ ਉਹਨਾਂ ਦੇ ਦੁੱਖਾਂ ਦਾ ਕਾਰਨ ਬਣ ਜਾਂਦੇ ਨੇ। ਤਾਂ ਸੁੱਖਾਂ ਦੇ ਅੰਦਰ ਅਸੀਂ ਕਿਵੇਂ ਰਹੀਏ ਕਿ ਸਾਡੇ ਦੁੱਖ ਜਾਂ ਸਾਡੇ ਜੋ ਸੁੱਖ ਨੇ ਉਹ ਦੁੱਖਾਂ ਦਾ ਕਾਰਨ ਨਾ ਬਣਨ। ਗੁਰੂਦੇਵ ਪਾਤਸ਼ਾਹ ਇਸ ਪਾਵਨ ਸ਼ਲੋਕ ਰਾਹੀਂ ਸਾਨੂੰ ਸਮਝਾ ਰਹੇ ਨੇ। ਆਓ ਬੜੇ ਪਿਆਰ ਨਾਲ ਆਪਾਂ ਸਮਝਣ ਦਾ ਯਤਨ ਕਰੀਏ। ਗੁਰੂ ਜੀ ਕਹਿੰਦੇ ਹਨ, ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ। ਤਾਮ ਦਾ ਮਤਲਬ ਹੈ ਤਦੋਂ, ਉਦੋਂ, ਉਸ ਅਵਸਥਾ ਵਿੱਚ। ਗੁਰੂ ਜੀ ਕਹਿੰਦੇ ਹਨ, ਦੁੱਖ ਮਨੁੱਖ ਵਾਸਤੇ ਦਾਰੂ ਬਣ ਜਾਂਦਾ ਹੈ। ਦੁੱਖ ਮਨੁੱਖ ਵਾਸਤੇ ਦਾਰੂ ਬਣ ਜਾਂਦਾ। ਹੁਣ ਅਸੀਂ ਇਹ ਚੀਜ਼ ਨੂੰ ਸਮਝਣ ਦਾ ਯਤਨ ਕਰੀਏ, ਕਿਉਂਕਿ ਅਸੀਂ ਦੁੱਖ ਨੂੰ ਬਹੁਤੀ ਵਾਰੀ ਨੈਗੇਟਿਵ ਰੂਪ ਵਿੱਚ ਲੈਂਦੇ ਹਾਂ। ਦੁੱਖ ਨੂੰ ਵੇਖ ਕੇ ਮਨੁੱਖ ਘਬਰਾ ਜਾਂਦੇ ਹਨ, ਦੁੱਖ ਨੂੰ ਵੇਖ ਕੇ ਦੁਖੀ ਹੋ ਜਾਂਦੇ ਹਨ, ਔਰ ਛੋਟੇ ਜਿਹੇ ਦੁੱਖ ਨੂੰ ਵੀ ਬੜਾ ਵੱਡਾ ਬਣਾ ਕੇ ਵੇਖਦੇ ਹਨ ਤੇ ਹੋਰ ਦੁਖੀ ਹੋ ਜਾਂਦੇ। ਜਿਵੇਂ ਜਿਨ੍ਹਾਂ ਦੀ ਨੈਗੇਟਿਵ ਥਿੰਕਿੰਗ ਹੈ, ਜੇ ਕਿਤੇ ਖੱਬੇ ਪਾਸੇ ਥੋੜੀ ਜਿਹੀ ਮਸਲ ਪੇਨ ਹੋ ਜਾਏ ਨਾ, ਤਾਂ ਲੋਕ ਇਹ ਸਮਝਣ ਲੱਗ ਜਾਂਦੇ ਨੇ ਕਿ ਸ਼ਾਇਦ ਮੈਨੂੰ ਹਾਰਟ ਅਟੈਕ ਹੀ ਹੋ ਜਾਣਾ ਹੈ। ਉਹ ECG ਵਗੈਰਾ ਕਰਾਉਣ ਤੁਰ ਪੈਂਦੇ ਨੇ, ਦਿਲ ਦੇ ਡਾਕਟਰ ਕੋਲ ਜਾ ਭੱਜਣਗੇ। ਹੈ ਮਸਲ ਪੇਨ, ਲੇਕਿਨ ਉਹਨੂੰ ਵੱਡਾ ਕਰਕੇ ਵੇਖਿਆ ਜਾ ਰਿਹਾ, ਹਾਏ ਹੁਣ ਕੀ ਹੋਵੇਗਾ, ਅਣਾਣਿਆਂ ਦਾ ਕੀ ਬਣੇਗਾ, ਮੇਰਾ ਕੀ ਹੋਏਗਾ। ਦੁੱਖ ਦੇ ਵਿੱਚ ਹੋਰ ਘਾਬਰ ਗਏ। ਔਰ ਕਈ ਵਾਰੀ ਲੋਕ ਇਸ ਦੁੱਖ ਦੇ ਕਾਰਨ ਜਾਂ ਹੋਰ ਦੁੱਖਾਂ ਦੇ ਕਾਰਨ ਜਿਹੜੇ ਨੇ ਨੈਗੇਟਿਵ ਚਲੇ ਜਾਂਦੇ ਨੇ, ਉਹਨਾਂ ਦੇ ਅੰਦਰ ਹੀ ਆਪਣਾ ਮਾਨਸਿਕ ਰੋਗਾਂ ਦੇ ਉਹ ਸ਼ਿਕਾਰ ਹੋ ਜਾਂਦੇ। ਪਰ ਗੁਰੂ ਜੀ ਕਹਿੰਦੇ ਨੇ, ਇਹਨਾਂ ਦੁੱਖਾਂ ਨੂੰ ਵੇਖਣ ਦਾ ਇੱਕ ਨਜ਼ਰੀਆ ਹੋਰ ਵੀ ਹੈ। ਦੁੱਖ ਦਾਰੂ ਬਣ ਸਕਦਾ ਹੈ। ਦੁੱਖ ਦਾਰੂ ਬਣ ਜਾਂਦਾ ਹੈ। ਕਿਵੇਂ ਬਣ ਜਾਂਦਾ ਹੈ? ਆਪਾਂ ਇਹਨਾਂ ਚੀਜ਼ਾਂ ਨੂੰ ਸਾਰੇ ਪੱਖਾਂ ਤੋਂ ਵਿਚਾਰਨ ਦਾ ਯਤਨ ਕਰਾਂਗੇ। ਜਿਵੇਂ ਅਸੀਂ ਮਨੁੱਖਤਾ ਦੇ ਪਿਛੋਕੜ ਵਿੱਚ ਜਾਈਏ, ਪੱਥਰ ਯੁੱਗ ਵਿੱਚ ਜਦੋਂ ਮਨੁੱਖ ਜੰਗਲਾਂ ਦੇ ਵਿੱਚ ਵਿਚਰਦਾ ਸੀ, ਹਾਲੇ ਇਹਦੇ ਕੋਲ ਭਾਸ਼ਾ ਵੀ ਨਹੀਂ ਸੀ, ਬੋਲ ਵੀ ਨਹੀਂ ਸੀ, ਤਨ ਢੱਕਣ ਵਾਸਤੇ ਕੱਪੜੇ ਦੀ ਖੋਜ ਨਹੀਂ ਸੀ ਹੋਈ, ਰਹਿਣ ਵਾਸਤੇ ਇਹਦੇ ਕੋਲ ਮਕਾਨ ਆਦਿਕ ਨਹੀਂ ਸੀ, ਤਾਂ ਕਿੰਨਾ ਦੁੱਖ ਹੋਏਗਾ ਨਾ ਮਨੁੱਖ ਦੇ ਕੋਲ। ਇੰਨੀਆਂ ਔਂਕੜਾਂ, ਜੰਗਲੀ ਜਾਨਵਰਾਂ ਤੋਂ ਬਚਣਾ, ਗਰਮੀ ਸਰਦੀ ਬਰਸਾਤ ਦੇ ਵਿੱਚ ਰਹਿਣਾ, ਪਸ਼ੂਆਂ ਦੀ ਤਰ੍ਹਾਂ ਜ਼ਿੰਦਗੀ, ਦੁੱਖ ਸੀ ਨਾ। ਤਾਂ ਮਨੁੱਖ ਨੇ ਇਸ ਦੁੱਖ ਤੋਂ ਬਚਣ ਦੇ ਵਸੀਲੇ ਕੀਤੇ। ਇਹਨੇ ਗੁਫਾਵਾਂ ਲੱਭੀਆਂ, ਗੁਫਾਵਾਂ ਵਿੱਚ ਰਹਿਣ ਲੱਗ ਗਿਆ। ਇਹਨੇ ਤਨ ਢੱਕਣ ਵਾਸਤੇ ਵਰਕਸ਼ਾਂ ਦੇ ਪੱਤੇ ਆਪਣੇ ਚਾਰ ਚਫੇਰੇ ਬੰਨਣੇ ਸ਼ੁਰੂ ਕਰਤੇ। ਹੌਲੇ ਹੌਲੇ ਇਸਨੇ ਘਾਸ ਫੂਸ ਇਕੱਠੇ ਕਰਕੇ ਝੌਂਪੜੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹਨੇ ਅੱਗ ਦੀ ਖੋਜ ਕਰ ਲਈ, ਇਹਨੇ ਪਹੀਏ ਦੀ ਖੋਜ ਕਰ ਲਈ, ਤੇ ਹੌਲੀ ਹੌਲੀ ਉਹ ਜਿਹੜਾ ਦੁੱਖ ਸੀ ਉਹ ਦਾਰੂ ਬਣ ਗਿਆ। ਅੱਜ ਸਾਡੇ ਵੱਡੇ ਵੱਡੇ ਸ਼ਹਿਰ ਉਸਰੇ ਹੋਏ ਨੇ। ਜੇ ਉਹ ਦੁੱਖ ਨਾ ਹੁੰਦਾ ਤਾਂ ਸਾਡੇ ਕੋਲ ਅੱਜ ਜਿੰਨੇ ਵੀ ਇੰਜੀਨੀਅਰ ਜਾਂ ਹੋਰ ਜੋ ਕੁਛ ਅੱਜ ਪੈਦਾ ਹੋਇਆ ਹੈ, ਇਹ ਪੈਦਾ ਨਾ ਹੁੰਦਾ। ਉਹ ਦੁੱਖ ਹੀ ਦਾਰੂ ਬਣਿਆ। ਪਹਿਲਾਂ ਕਿਤਨੇ ਲੋਕ ਸਨ ਜੋ ਬਿਮਾਰ ਹੋ ਕੇ ਤੇ ਮਰਦੇ ਸਨ, ਕਿੰਨੀਆਂ ਸਾਰੀਆਂ ਮਹਾਮਾਰੀਆਂ ਆਉਂਦੀਆਂ ਸਨ। ਜਿਵੇਂ
हर साल हैजे नाल मौतां हुंदियां सन, प्लेग नाल मौतां हुंदियां सन, चेचक एक किन्ना भयानक रोग सी जां होर दुख सन ना, ते ਉਹ दुख दारू बन गए। मनुख ने खोज आरंभ की, तद ਉਹਨਾਂ ਦੁੱਖਾਂ ਤੋਂ ਨਿਜਾਤ ਪਾ ਲਈ ਗਈ। ਹੁਣ ਅੱਜ ਦੇ ਸਮੇਂ ਵਿੱਚ ਅਸੀਂ ਵੇਖ ਰਹੇ ਹਾਂ ਕੋਰੋਨਾ ਵਾਇਰਸ ਦੁੱਖ ਬਣਿਆ ਹੋਇਆ ਨਾ, ਪੂਰੀ ਦੀ ਪੂਰੀ ਦੁਨੀਆ ਦੀ ਇਕਨੋਮੀ ਕਿਵੇਂ ਥੱਲੇ ਨੂੰ ਜਾ ਰਹੀ ਹੈ। ਪੂਰੇ ਤੇ ਪੂਰੇ ਦੇਸ਼ ਜਿਹੜੇ ਨੇ ਲੋਕਡਾਊਨ ਕਰ ਦਿੱਤੇ ਗਏ ਨੇ, ਹਰ ਬੰਦਾ ਘਰਾਂ ਦੇ ਵਿੱਚ ਕੈਦ ਹੋ ਗਿਆ। ਲੇਕਿਨ ਇਸ ਦੁੱਖ ਨੇ ਕੁਝ ਲੋਕਾਂ ਨੂੰ, ਜਿਨ੍ਹਾਂ ਦੇ ਕੋਲ ਯੋਗਤਾ ਹੈ, ਜੋ ਡਾਕਟਰ ਨੇ ਜਾਂ ਸਾਇੰਟਿਸਟ ਨੇ, ਉਹਨਾਂ ਨੂੰ ਇੱਕ ਨਵੀਂ ਖੋਜ ਕਰਨ ਵਾਸਤੇ ਲਗਾਇਆ ਹੈ ਔਰ ਨਵੀਂ ਵੈਕਸੀਨ ਆਦਿ ਖੋਜਣਗੇ। ਇਹ ਦੁੱਖ ਜਿਹੜਾ ਹੈ ਇਹ ਰੋਗ ਬਣ ਗਿਆ ਨਾ ਖੋਜ ਦਾ। ਇਹ ਤੇ ਸੀ ਸਾਡੀ ਆਮ ਜਿਹੜੀ ਗੱਲ ਦੁਨੀਆਦਾਰੀ ਦੀ। ਇਸ ਤੋਂ ਅੱਗੇ ਅਸੀਂ ਵੇਖਦੇ ਹਾਂ ਮਾਨਸਿਕ ਤੌਰ ਤੇ ਜਿਹੜਾ ਦੁੱਖ ਹੁੰਦਾ ਨਾ, ਜਦੋਂ ਸਾਨੂੰ ਮਾਨਸਿਕ ਪਰੇਸ਼ਾਨੀਆਂ ਆਉਂਦੀਆਂ ਨੇ ਤੇ ਉਦੋਂ ਬੰਦਾ ਫਿਰ ਸੋਚਦਾ ਹੈ ਇਹਨਾਂ ਮਾਨਸਿਕ ਪਰੇਸ਼ਾਨੀਆਂ ਤੋਂ ਬਚਣ ਵਾਸਤੇ ਰੱਬ ਨੂੰ ਯਾਦ ਕਰਦਾ ਹੈ। ਜਿਨ੍ਹਾਂ ਦਾ ਰੱਬ ਦੇ ਵਿੱਚ ਵਿਸ਼ਵਾਸ ਹੈ ਉਹ ਰੱਬ ਨੂੰ ਯਾਦ ਕਰਦੇ ਨੇ, ਰੱਬੀ ਗੁਣਾਂ ਨੂੰ ਯਾਦ ਕਰਦੇ ਨੇ ਔਰ ਆਪਣੇ ਜੀਵਨ ਦੀਆਂ ਪਰੇਸ਼ਾਨੀਆਂ ਨੂੰ ਫਿਰ ਉਹ ਵੇਖਦੇ ਨੇ, ਸੈਲਫ ਐਨਾਲਿਸਿਸ ਕਰਦੇ ਨੇ ਕਿ ਇਹ ਰੋਗ ਕਿਉਂ, ਇਹ ਦੁੱਖ ਕਿਉਂ ਆਇਆ। ਤਾਂ ਫਿਰ ਉਹਨਾਂ ਨੂੰ ਸਮਝ ਪੈਂਦੀ ਹੈ ਕਿ ਮੇਰੀ ਇਸ ਮਾੜੀ ਆਦਤ ਕਰਕੇ ਮੇਰੇ ਅੰਦਰ ਇਹ ਰੋਗ ਪੈਦਾ ਹੋਇਆ, ਮੇਰੇ ਰਿਸ਼ਤੇ ਨਾਤੇ ਟੁੱਟ ਗਏ ਹੈ। ਤਾਂ ਉਹਦਾ ਰੀਜ਼ਨ ਕੀ ਸੀ? ਉਹਦਾ ਰੀਜ਼ਨ ਇਹ ਸੀ ਕਿ ਮੇਰੀ ਬੋਲਚਾਲ ਚੰਗੀ ਨਹੀਂ ਸੀ, ਮੇਰਾ ਵਿਹਾਰ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਚੰਗਾ ਨਹੀਂ ਸੀ। ਜੇ ਫਲਾਂ ਰਿਸ਼ਤੇਦਾਰ ਨੂੰ ਮੈਂ ਐਸ਼ ਢੰਗ ਦੇ ਨਾਲ ਉਦੋਂ ਨਾ ਬੋਲਦਾ ਤੇ ਬੜਾ ਚੰਗਾ ਬੰਦਾ ਸੀ, ਉਹਨੇ ਟੁੱਟਣਾ ਨਹੀਂ ਸੀ। ਜੇ ਸਾਡੇ ਗੁਆਂਢੀ ਦੇ ਨਾਲ ਉਦੋਂ ਮੈਂ ਖਾਮ ਖਾਈ ਨਾ ਲੜਦਾ ਤੇ ਗੁਆਂਢੀਆਂ ਦੇ ਨਾਲ ਬੜਾ ਚੰਗਾ ਤਾਲਮੇਲ ਸੀ। ਹੁਣ ਹੈ ਤੇ ਦੁੱਖ ਸੀ, ਲੇਕਿਨ ਇਹ दारू ਬਣ ਗਿਆ। ਬੰਦੇ ਨੇ ਆਪਣੇ ਜੀਵਨ ਨੂੰ ਸੁਧਾਰਿਆ, ਆਪਣੀ ਬੋਲ ਨੂੰ, ਆਪਣੀ ਸੋਚ ਨੂੰ ਸੁਧਾਰਿਆ तो एक चंगा इंसान बन गया। दुख दारू बन जाता है। ਅਸੀਂ ਦੇਖਦੇ ਹਾਂ ਇਸ ਢੰਗ ਦੇ ਨਾਲ ਜੇ ਅਸੀਂ ਇਹਨਾਂ ਦੁੱਖਾਂ ਨੂੰ ਵੇਖਣ ਦਾ ਯਤਨ ਕਰੀਏ ਤਾਂ ਇਹ ਦੁੱਖ दारू ਹੋ ਸਕਦੇ ਨੇ। ਜੇ ਸਾਡੇ ਅੰਦਰ ਕਿਤੇ ਨੈਗੇਟਿਵਿਟੀ ਹੈ ਤੇ ਅਸੀਂ ਸੋਚੀਏ ਔਰ ਨੈਗੇਟਿਵ ਨੂੰ ਛੱਡ ਕੇ ਪੋਜ਼ਿਟਿਵ ਸੋਚਣਾ ਸ਼ੁਰੂ ਕਰ ਦਈਏ ਤਾਂ ਜੋ ਸਾਡੇ ਅੰਦਰ ਨੈਗੇਟਿਵਿਟੀ ਆਈ ਉਹ ਸਾਡੇ ਵਾਸਤੇ दारू ਬਣ ਜਾਏਗੀ ਪੋਜ਼ਿਟਿਵ ਸੋਚਣ ਵਾਸਤੇ ਔਰ ਅਸੀਂ ਬਹੁਤ ਕੁਝ ਕਾਰ ਗੁਜ਼ਰਾਂਗੇ। ਸਾਡੇ ਜੀਵਨ ਸਫਰ ਦੇ ਅੰਦਰ ਕੋਈ ਰੁਕਾਵਟ ਆਈ ਤੇ ਅਸੀਂ ਉਸ ਰੁਕਾਵਟ ਨੂੰ ਪਾਰ ਕੀਤਾ, ਸਾਡੇ ਕੋਲ ਇੱਕ ਤਜਰਬਾ ਆ ਗਿਆ ਤੇ ਅਸੀਂ ਉਹ ਆਪਣਾ ਤਜਰਬਾ ਦੂਜੇ ਲੋਕਾਂ ਦੇ ਨਾਲ ਸਾਂਝਾ ਕਰ ਸਕਾਂਗੇ। ਜਦੋਂ ਕਿਸੇ ਹੋਰ ਨੂੰ ਮੁਸੀਬਤ ਆਏਗੀ ਅਸੀਂ ਦੂਜੇ ਲੋਕਾਂ ਨੂੰ ਗਾਈਡ ਕਰਨ ਵਾਲੇ ਬਣ ਜਾਵਾਂਗੇ ਤਾਂ ਦੁੱਖ दारू ਬਣ ਗਿਆ ਨਾ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਐਂਗਲ ਦੇ ਨਾਲ ਸੋਚੀਏ। ਜੇ ਕੋਈ ਜ਼ਿੰਦਗੀ ਵਿੱਚ ਮੁਸੀਬਤ ਆਉਂਦੀ ਹੈ, ਦੁੱਖ ਆਉਂਦਾ ਹੈ, ਕੋਈ ਪਰੇਸ਼ਾਨੀ ਆਉਂਦੀ ਹੈ, ਉਹ ਚਾਹੇ ਮਾਨਸਿਕ ਜਾਂ ਬੌਧਿਕ ਹੈ, ਤਾਂ ਅਸੀਂ ਉਹਦਾ ਹੱਲ ਲੱਭਣ ਦਾ ਯਤਨ ਕਰੀਏ ਔਰ ਇਹ ਸੋਚੀਏ ਕਿ ਇਹ ਦੁੱਖ ਜੋ ਆਇਆ ਹੈ, ਪਰੇਸ਼ਾਨੀ ਆਈ ਹੈ, ਇਹ ਮੇਰੇ ਵਿਕਾਸ ਵਾਸਤੇ ਆਈ ਹੈ, ਮੇਰੇ ਵਿਕਾਸ ਵਾਸਤੇ ਆਈ ਹੈ। ਹੁਣ ਸਾਡੀ ਕੋਈ ਚੀਜ਼ ਗਿਰ ਗਈ, ਮੰਨ ਲਓ ਸਪੋਜ਼ ਕਿ ਸਾਡਾ ਇੱਕ ਪੈਨ ਡਿੱਗ ਪਿਆ, ਪੈਨ ਬੜਾ ਕੀਮਤੀ ਸੀ, ਗਿਰ ਗਿਆ, ਨਹੀਂ ਸੀ ਡਿੱਗਣਾ ਚਾਹੀਦਾ, ਨੁਕਸਾਨ ਹੋਇਆ। ਪਰ ਇੱਕ ਬੰਦਾ ਤੇ ਉਹ ਹੈ ਜੋ ਚੋਰੀ ਹੋਏ ਪੈਨ ਨੂੰ ਜਾਂ ਡਿੱਗੇ ਹੋਏ ਪੈਨ ਵਾਸਤੇ ਹੀ ਕਲਪੀ ਜਾ ਰਿਹਾ ਹੈ। ਕੀ ਹੋਏਗਾ? ਪੈਨ ਕਲਪਨ ਦੇ ਨਾਲ ਮਿਲਣਾ ਤੇ ਨਹੀਂ, ਲੱਭਿਆ ਨਹੀਂ, ਤੇ ਦੂਜਾ ਬੰਦਾ ਕੀ ਕਰੇਗਾ? ਨਵਾਂ ਪੈਨ ਲਵੇਗਾ ਔਰ ਫਿਰ ਪੋਜ਼ਿਟਿਵ ਸੋਚੇਗਾ ਕਿ ਜੇ ਉਹ ਨਾ ਗਵਾਚਦਾ ਤੇ ਮੇਰੇ ਕੋਲ ਨਵਾਂ ਨਹੀਂ ਸੀ ਹੋਣਾ। ਇਸ ਲਈ ਜੇ ਮੇਰੇ ਕੋਲ ਕੋਈ ਚੀਜ਼ ਖੁੱਸੀ ਹੈ ਤਾਂ ਕੁਦਰਤ ਮੇਰੇ ਹੱਥ ਦੇ ਅੰਦਰ ਕੋਈ ਨਵੀਂ ਚੀਜ਼ ਦੇਣਾ ਚਾਹੁੰਦੀ ਹੈ। ਜੇ ਮੇਰਾ ਇੱਕ ਰਾਸਤਾ ਬੰਦ ਹੋਇਆ ਤਾਂ ਕੁਦਰਤ ਮੇਰੇ ਵਾਸਤੇ ਦੂਜਾ ਰਾਸਤਾ ਖੋਲਣਾ ਚਾਹੁੰਦੀ ਹੈ। ਇਸ ਤਰ੍ਹਾਂ ਬੰਦੇ ਦਾ ਵਿਕਾਸ ਹੋਏਗਾ। ਸਾਡੇ ਦੁੱਖ ਵੀ दारू ਬਣ ਸਕਦੇ ਨੇ। ਅਗਲਾ ਬਚਨ ਹੈ ਸੁਖ ਰੋਗ ਭਇਆ। ਤੇ ਜਿਹੜੇ ਸੁਖ ਨੇ ਬਹੁਤਾਤ ਗਿਣਤੀ ਵਾਸਤੇ ਉਹ ਰੋਗ ਬਣ ਜਾਂਦੇ ਨੇ। ਬਹੁਤਾਤ ਗਿਣਤੀ ਲਈ, ਸਾਰਿਆਂ ਲਈ ਨਹੀਂ, ਕਿਉਂਕਿ ਕੁਝ ਲੋਕ ਗਿਆਨਵਾਨ ਹੁੰਦੇ ਨੇ ਜੋ ਰੋਗਾਂ ਨੂੰ ਵੀ ਪੋਜ਼ਿਟਿਵ ਵੇਖਦੇ ਨੇ ਔਰ ਸੁੱਖਾਂ ਦੇ ਅੰਦਰ ਵੀ ਸੁਚੇਤ ਰਹਿੰਦੇ ਨੇ। ਪਰ ਕੁਝ ਲੋਕ
ਸੁੱਖਾਂ ਦੇ ਅੰਦਰ ਉਹਨਾਂ ਸੁੱਖਾਂ ਨੂੰ ਰੋਗ ਬਣਾ ਦਿੰਦੇ ਨੇ। ਕਿਵੇਂ? ਮੰਨ ਲਓ ਅਸੀਂ ਬਿਲਕੁਲ ਤੰਦਰੁਸਤ ਹਾਂ, ਤੇ ਤੰਦਰੁਸਤ ਹੁੰਦੇ ਹੋਏ ਅਸੀਂ ਖਾ ਰਹੇ ਹਾਂ ਖੁਰਾਕ ਚੰਗੀ, ਲੇਕਿਨ ਸੈਰ ਨਹੀਂ ਕਰਦੇ, ਕਸਰਤ ਨਹੀਂ ਕਰਦੇ। ਜਿਹੜਾ ਕੰਮ ਹੈ ਘਰ ਦਾ ਉਹ ਅਸੀਂ ਆਪਣੇ ਨੌਕਰਾਂ ਤੋਂ ਕਰਾਉਂਦੇ ਹਾਂ। ਘਰ ਵਿੱਚ ਬੀਬੀਆਂ ਨੇ ਬਹੁਤੀਆਂ ਨੇ ਰੱਖੀਆਂ ਹੁੰਦੀਆਂ ਨੇ ਨਾ, ਅੱਗੋਂ ਬੀਬੀਆਂ ਲੰਗਰ ਪਾਣੀ ਬਣਾਉਣ ਲਈ, ਜਾਂ ਜਿਸ ਤਰ੍ਹਾਂ ਵੀ ਬੰਦੇ ਨੇ ਉਹਨਾਂ ਨੇ ਨੌਕਰ ਰੱਖ ਲਏ। ਹੁਣ ਰਾਸ਼ਨ ਪਾਣੀ ਅਸੀਂ ਚੰਗਾ ਛਕ ਰਹੇ ਹਾਂ, ਸਵੇਰੇ 2-3 ਪਰੌਂਠੇ ਖਾ ਲੈਂਦੇ ਹਾਂ ਦਹੀਂ ਦੇ ਨਾਲ, ਦੁਪਹਿਰ ਵੇਲੇ ਅਸੀਂ ਕੋਈ 2 ਗੁਲਾਬ ਜਾਮਣ ਵੀ ਖਾ ਲੈਂਦੇ ਹਾਂ, 2 ਸਮੋਸੇ ਵੀ ਖਾ ਲੈਂਦੇ ਹਾਂ, ਸ਼ਾਮ ਨੂੰ ਅਸੀਂ ਰੋਟੀ ਨਾਲ ਰਸ ਮਲਾਈ ਵੀ ਖਾ ਲੈਂਦੇ ਹਾਂ, ਥੋੜੀ ਖੀਰ ਵੀ ਖਾ ਲੈਂਦੇ ਹਾਂ, 2 ਗਰਮ ਗੁਲਾਬ ਜਾਮਣ ਵੀ ਖਾ ਲੈਂਦੇ ਹਾਂ, 2-3 ਵਾਰੀ ਕੋਕ ਵੀ ਪੀ ਲੈਂਦੇ ਹਾਂ, ਹਫ਼ਤੇ ਵਿੱਚ 2-3 ਵਾਰੀ ਪੀਜ਼ਾ ਵੀ ਮੰਗਾ ਲਈਦਾ, ਫਿਰ ਰੈਸਟੋਰੈਂਟ ਤੇ ਵੀ ਜਾ ਕੇ ਖਾ ਆਉਂਦੇ ਹਾਂ। ਤਾਂ ਕੀ ਹੋਏਗਾ? ਵੇਟ ਵਧੇਗਾ। ਵੇਟ ਵਧਣ ਦੇ ਨਾਲ ਹੋਰ ਰੋਗ ਲੱਗਣਗੇ। ਤਾਂ ਇਹ ਸੁੱਖ ਰੋਗ ਬਣ ਗਿਆ ਨਾ। ਇਸ ਸੁੱਖ ਦੇ ਕਾਰਨ ਅਸੀਂ ਆਪਣੇ ਸਰੀਰਕ ਸਿਹਤ ਨੂੰ ਵਿਗਾੜ ਲਿਆ। ਇਸੇ ਤਰ੍ਹਾਂ ਸਾਨੂੰ ਕੋਈ ਮਾਨਸਿਕ ਪ੍ਰੋਬਲਮ ਨਹੀਂ ਹੈ ਤਾਂ ਫਿਰ ਅਸੀਂ ਕੀ ਕਰਾਂਗੇ? ਘਰ ਦੇ ਵਿੱਚ ਵਿਹਲੇ ਹਾਂ, ਵਿਹਲੇ ਬੈਠੇ ਟੀਵੀ ਦੇਖ ਰਹੇ ਹਾਂ, ਟਿਕਟੌਕ ਤੇ ਫਿਲਮਾਂ ਬਣਾ ਰਹੇ ਹਾਂ, ਟਿਕਟੌਕ ਦੇਖੀ ਜਾ ਰਹੇ ਹਾਂ, WhatsApp ਤੇ ਅੰਗੂਠਾ ਘੁੰਮ ਰਿਹਾ ਹੈ, Facebook ਤੇ ਅੰਗੂਠਾ ਘੁੰਮ ਰਿਹਾ ਹੈ। ਤਾਂ ਇਹ ਸੁੱਖ ਰੋਗ ਬਣ ਗਿਆ ਨਾ। ਚਾਹੀਦਾ ਤੇ ਇਹ ਸੀ ਕਿ ਸਾਡੇ ਕੋਲ ਇੰਨਾ ਟਾਈਮ ਬਚਿਆ ਤੇ ਅਸੀਂ ਕੋਈ ਜਰਨਲ ਨੌਲੇਜ ਦੀ ਕਿਤਾਬ ਪੜ੍ਹ ਲਈਏ, ਕੋਈ ਸਾਇੰਸ ਦੀ ਪੜ੍ਹ ਲਈਏ, ਗੁਰਬਾਣੀ ਦੇ ਅਰਥ ਭਾਵ ਪੜ੍ਹ ਲਈਏ, ਇਤਿਹਾਸ ਵਾਚ ਲਈਏ, ਹੋਰ ਬਹੁਤ ਕੁਛ ਪੜ੍ਹਨ ਵਾਸਤੇ ਮੋਟੀਵੇਸ਼ਨਲ ਬੁੱਕਸ ਨੇ ਬਹੁਤ ਸਾਰੀਆਂ, ਉਹ ਪੜ੍ਹ ਲਈਏ। ਅਸੀਂ ਚੰਗੀ ਸਿਹਤ ਕਿਵੇਂ ਰੱਖ ਸਕਦੇ ਹਾਂ ਉਹ ਪੜ੍ਹ ਲਈਏ, ਲੇਕਿਨ ਅਸਾਂ ਨਹੀਂ ਪੜ੍ਹਿਆ ਤਾਂ ਇਹ ਸੁੱਖ ਰੋਗ ਬਣ ਗਿਆ ਨਾ। ਸਾਡੇ ਜੀਵਨ ਦਾ ਵਿਕਾਸ ਨਹੀਂ ਹੋਇਆ। ਇੱਕ ਬੱਚਾ ਹੈ, ਉਹਨੂੰ ਸੁੱਖ ਮਿਲਿਆ ਹੋਇਆ ਹੈ, ਉਹ ਕੋਈ ਕੰਮ ਵਗੈਰਾ ਨਹੀਂ ਕਰਦਾ, ਤੇ ਜਦੋਂ ਉਹਦੇ ਸਿਰ ਤੇ ਜ਼ਿੰਮੇਵਾਰੀ ਪਵੇਗੀ ਉਹ ਸੁੱਖ ਹੀ ਉਹਦੇ ਵਾਸਤੇ ਰੋਗ ਬਣ ਜਾਏਗਾ। ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਜਦੋਂ ਸਾਡੇ ਕੋਲ ਦੁਨਿਆਵੀ ਸੁੱਖ ਆਉਂਦੇ ਨੇ, ਧਨ ਸੰਪਦਾ ਆਦਿਕ ਆਉਂਦੀ ਹੈ, ਤਾਂ ਸਾਰਿਆਂ ਦੀ ਗੱਲ ਨਹੀਂ ਹੈ, ਇਹ ਬਹੁਤਾਤ ਗਿਣਤੀ ਦੀ ਗੱਲ ਹੈ। ਹਮੇਸ਼ਾ ਪਰਸੈਂਟੇਜ ਦੇ ਨਾਲ ਇਹ ਗੱਲ ਹੁੰਦੀ ਹੈ। ਤਾਂ ਬਹੁਤੇ ਲੋਕ ਐਸ਼ੋ ਇਸ਼ਰਤ ਵਿੱਚ ਪੈ ਜਾਂਦੇ ਨੇ। ਬਹੁਤੇ ਲੋਕ ਸ਼ਰਾਬ ਪੀਣ ਲੱਗ ਗਏ, ਨਸ਼ੇ ਕਰਨ ਲੱਗ ਗਏ, ਫਿਲਮਾਂ ਦੇ ਚੱਕਰ ਵਿੱਚ ਪੈ ਗਏ, ਭੈੜੀ ਸੰਗਤ ਵਿੱਚ ਪੈ ਗਏ, ਵਿਕਾਰ ਸਹੇੜ ਲਏ, ਕਾਮ ਕ੍ਰੋਧ ਵਿੱਚ ਖਚਤ ਹੋ ਗਏ। ਤਾਂ ਇਹ ਜਿਹੜਾ ਸੁੱਖ ਸੀ ਉਹਨਾਂ ਵਾਸਤੇ ਰੋਗ ਬਣ ਗਿਆ। ਇਸ ਤਰ੍ਹਾਂ ਅਸੀਂ ਸਮਝ ਸਕਦੇ ਹਾਂ, ਦੁੱਖ ਦਾਰੂ ਸੁੱਖ ਰੋਗ ਪਿਆ। ਇਸ ਨਜ਼ਰੀਏ ਦੇ ਨਾਲ ਅਸਾਂ ਵੇਖਣਾ ਹੈ। ਸੁੱਖ ਦੇ ਅੰਦਰ ਅਸਾਂ ਸੁਚੇਤ ਰਹਿਣਾ ਹੈ। ਦੇਖੋ ਹੁਣ ਅਸੀਂ ਸਾਰੇ ਹੀ, ਮੈਂ ਵੀ ਹਾਂ, ਤੁਸੀਂ ਵੀ, ਅਸੀਂ ਸਾਰੇ ਚਸ਼ਮੇ ਲਾ ਕੇ ਬੈਠੇ ਨਾ। ਕਿਉਂ? ਕਿਉਂਕਿ ਸਾਡੇ ਵਾਸਤੇ ਸੁੱਖ ਰੋਗ ਬਣ ਗਿਆ। ਜਦੋਂ ਅਸੀਂ ਬੱਚੇ ਸੀ ਸਾਡੀਆਂ ਅੱਖਾਂ ਬਿਲਕੁਲ ਠੀਕ ਸੀ, ਜੇ ਤਾਂ ਜਮਾਂਦਰੂ ਪ੍ਰੋਬਲਮ ਹੈ ਉਹ ਵੱਖਰੀ ਹੈ, ਪਰ ਅਸੀਂ ਅੱਖਾਂ ਵੱਲ ਧਿਆਨ ਨਹੀਂ ਦਿੱਤਾ। ਸੁੱਖ ਸੀ, ਠੀਕ, ਅੱਖਾਂ ਕੰਮ ਕਰ ਰਹੀਆਂ ਨੇ, ਨਾ ਅਸੀਂ ਕਦੇ ਦਿਨ ਦੇ ਵਿੱਚ 2-3 ਵਾਰੀ ਪਾਣੀ ਦੇ ਛਿੱਟੇ ਮਾਰੇ, ਨਾ ਅਸੀਂ ਅੱਖਾਂ ਦੀ ਕੋਈ ਕਸਰਤ ਕੀਤੀ, ਨਾ ਹੀ ਅਸੀਂ ਵਿਟਾਮਿਨ ਏ ਵਗੈਰਾ ਲਿਆ ਜੋ ਸਾਡੀਆਂ ਅੱਖਾਂ ਨੂੰ ਸਾਰੀ ਜ਼ਿੰਦਗੀ ਠੀਕ ਰੱਖ ਸਕੇ। ਤਾਂ ਅੱਜ ਸਾਨੂੰ ਚਸ਼ਮਾ ਲਾਣਾ ਪੈ ਗਿਆ। ਸਾਡੇ ਦੰਦ ਖਰਾਬ ਹੋ ਗਏ ਉਮਰ ਤੋਂ ਪਹਿਲਾਂ। ਤਾਂ ਰੀਜ਼ਨ ਕੀ ਹੈ? ਦੰਦਾਂ ਦੀ ਸਫਾਈ ਜਿਵੇਂ ਡਾਕਟਰ ਲੋਕ ਦੱਸਦੇ ਨੇ ਉਸ ਢੰਗ ਦੇ ਨਾਲ ਨਹੀਂ ਕੀਤੀ। ਦੰਦਾਂ ਨੂੰ ਕੈਲਸ਼ੀਅਮ ਦੀ ਜ਼ਰੂਰਤ ਸੀ, ਸਫਾਈ 2 ਟਾਈਮ ਅਸੀਂ ਕਰਨੀ ਸੀ, ਰਾਤ ਬ੍ਰਸ਼ ਕਰਕੇ ਸੌਂਦੇ, ਸਵੇਰੇ ਨਾਸ਼ਤੇ ਤੋਂ ਬਾਅਦ ਫਿਰ ਬ੍ਰਸ਼ ਆਦਿ ਕਰਦੇ ਔਰ ਸਫਾਈ ਰੱਖਦੇ, ਜੋ ਸਾਨੂੰ ਦੰਦਾਂ ਵਾਸਤੇ ਸਹੀ ਖੁਰਾਕ ਚਾਹੀਦੀ ਉਹ ਨਹੀਂ ਕੀਤਾ। ਤਾਂ ਸੁੱਖ ਜਿਹੜਾ ਹੈ ਸਾਡੇ ਵਾਸਤੇ ਰੋਗ ਬਣ ਗਿਆ। ਤਾਂ ਸੁੱਖਾਂ ਦੇ ਅੰਦਰ ਸੁਚੇਤ ਰਹਿਣਾ ਹੈ, ਪਹਿਲੀ ਗੱਲ। ਤੇ ਦੁੱਖਾਂ ਦੇ ਅੰਦਰ ਅਸੀਂ ਘਾਬਰਨਾ ਨਹੀਂ, ਉਹਨਾਂ ਨੂੰ ਦਾਰੂ ਬਣਾਉਣਾ ਹੈ, ਉਹਨਾਂ ਦਾ ਹੱਲ ਲੱਭਣ ਦਾ ਯਤਨ ਕਰਨਾ ਹੈ। ਤਾਂ ਇਸ ਤਰ੍ਹਾਂ ਸਾਡੇ ਦੁੱਖ ਦਾਰੂ ਬਣ ਜਾਣਗੇ ਔਰ ਸੁੱਖ ਸਾਡੇ ਰੋਗ ਹੋ ਜਾਣਗੇ ਜੇ ਸੁਚੇਤ ਨਹੀਂ ਰਹਾਂਗੇ। ਜੇ ਸੁਚੇਤ ਰਹਾਂਗੇ ਤਾਂ ਅਸੀਂ ਸੁੱਖ ਦਾ ਆਨੰਦ ਮਾਣ ਸਕਾਂਗੇ। ਹੁਣ ਅਗਲਾ ਬਚਨ ਕਰਦੇ ਨੇ, ਜਾਂ ਸੁੱਖ ਤਾਮ ਨਾ ਹੋਈ। ਜਦੋਂ ਸਾਨੂੰ ਆਤਮਿਕ ਸੁੱਖ ਮਿਲ ਜਾਂਦਾ ਨਾ, ਕਿਉਂਕਿ ਆਤਮਿਕ ਸੁੱਖ, ਮਾਨਸਿਕ ਬੌਧਿਕ ਸੁੱਖ ਮਿਲਣਾ ਹੈ ਗਿਆਨ ਦੇ ਨਾਲ, ਕਾਮਨ ਸੈਂਸ ਦੇ ਨਾਲ।
ਤੇ ਜਦੋਂ ਮਨੁੱਖ ਨੂੰ ਕਾਮਨ ਸੈਂਸ ਮਿਲਦੀ ਹੈ, ਉਹਨੂੰ ਇਹਨਾਂ ਚੀਜ਼ਾਂ ਬਾਰੇ ਗਿਆਨ ਹੁੰਦਾ ਹੈ, ਤੇ ਉਹ ਇਸ ਗਿਆਨ ਦੇ ਨਾਲ ਆਤਮਿਕ, ਮਾਨਸਿਕ, ਬੌਧਿਕ ਸੁੱਖ ਪਾ ਲੈਂਦਾ ਹੈ। ਫਿਰ ਉਹਨੂੰ ਦੁੱਖ ਨਹੀਂ ਹੁੰਦਾ, ਫਿਰ ਆਤਮਿਕ ਦੁੱਖ ਨਹੀਂ ਹੁੰਦਾ, ਫਿਰ ਮਾਨਸਿਕ ਪਰੇਸ਼ਾਨੀਆਂ ਨਹੀਂ ਹੁੰਦੀਆਂ, ਸੁੱਖਾਂ ਵਿੱਚ ਉਹ ਹੰਕਾਰੀ ਨਹੀਂ ਹੁੰਦਾ, ਤੇ ਦੁੱਖਾਂ ਦੇ ਅੰਦਰ ਉਹ ਘਾਬਰਦਾ ਨਹੀਂ, ਉਹ ਸਹਿਜ ਅਵਸਥਾ ਦੇ ਵਿੱਚ ਵਿਚਰਦਾ ਹੈ। ਤੇ ਜੇ ਅਸੀਂ ਇਸ ਢੰਗ ਦੇ ਨਾਲ ਵੇਖੀਏ ਤਾਂ ਇਸ ਢੰਗ ਦੇ ਨਾਲ ਜ਼ਿੰਦਗੀ ਜੀਵੀ ਜਾ ਸਕਦੀ ਹੈ। ਗੁਰੂ ਜੀ ਸਾਨੂੰ ਇਹ ਨਵਾਂ ਐਂਗਲ ਦੇ ਅਗਲਾ ਬਚਨ ਕਰਦੇ ਨੇ, ਤੂੰ ਕਰਤਾ ਕਰਨਾ, ਇੱਥੇ ਵਿਸਰਾਮ ਲਗਾਣਾ ਹੈ। ਤੂੰ ਕਰਤਾ ਕਰਨਾ ਮੈਂ ਨਾਹੀਂ, ਜਾਹੋਂ ਕਰੀ ਨਾ ਹੋਈ। ਕਿ हे ਮਾਲਕ ਤੂੰ ਕਰਤਾ ਹੈ, ਜੋ ਕੁਛ ਤੂੰ ਕਰ ਰਿਹਾ ਹੈ ਤੂੰ ਕਰ ਰਿਹਾ ਹੈ, ਮੈਂ ਨਹੀਂ, ਮੇਰੇ ਤੋਂ ਕੁਛ ਨਹੀਂ ਹੋ ਸਕਦਾ। ਜਾਹੋਂ ਕਰੀ ਨਾ ਹੋਈ, ਜੋ ਮੈਂ ਕਰਦਾ ਹਾਂ ਉਹ ਨਹੀਂ ਹੁੰਦਾ। ਹੁਣ ਇਹਦੀ ਐਕਸਪਲੇਨੇਸ਼ਨ ਸਾਡੇ ਵੀਰਾਂ ਨੇ ਜਾਂ ਅਸੀਂ ਆਪ ਬਹੁਤ ਗਲਤ ਢੰਗ ਨਾਲ ਕੀਤੀ ਹੈ, ਤੇ ਅਸੀਂ ਇਹ ਸਮਝ ਲੈਂਦੇ ਹਾਂ ਕਿ ਰੱਬ ਹੁਣ ਜੋ ਕਰੇਗਾ ਉਹ ਹੀ ਮੇਰੇ ਕੀਤਿਆਂ ਤੇ ਕੁਛ ਵੀ ਨਹੀਂ ਹੋਣਾ। ਤਾਂ ਇਹਦਾ ਮਤਲਬ ਕੀ ਅਸੀਂ ਹੱਥਾਂ ਤੇ ਹੱਥ ਧਰ ਕੇ ਬਹਿ ਜਾਈਏ ਕਿ ਮੇਰਾ ਕੀਤਾ ਕੁਛ ਨਹੀਂ ਹੋਣਾ, ਰੱਬ ਨੇ ਕਰਨਾ, ਇਸ ਕਰਕੇ ਮੈਂ ਰਸੋਈ ਵਿੱਚ ਜਾ ਕੇ ਰੋਟੀ ਨਾ ਬਣਾਵਾਂ ਤੇ ਰੱਬ ਆਪੇ ਪਕਾ ਕੇ ਦੇ ਜਾਏ। ਮੇਰਾ ਕੀਤਾ ਤੇ ਕੁਛ ਹੋਣਾ ਨਹੀਂ, ਰੱਬ ਨੇ ਕਰਨਾ, ਇਸ ਲਈ ਰੱਬ ਆਪੇ ਪਹਿਲੀ ਵਾਹ ਆਏਗਾ, ਕਣਕ ਬੀਜ ਦੇਗਾ, ਵੱਢ ਕੇ ਮੇਰੇ ਘਰ ਸੁੱਟ ਜਾਏਗਾ, ਆਟਾ ਪਿਆ ਕੇ ਦੇ ਜਾਏਗਾ, ਰੋਟੀਆਂ ਪਕਾ ਕੇ ਪਰੌਂਠੇ ਕਰਕੇ ਤਿਆਰ ਧਰ ਜਾਏਗਾ ਤੇ ਮੈਂ ਖਾ ਲਾਂਗਾ। ਫਿਰ ਤਾਂ ਇਹੀ ਹਾਲ ਨਿਕਲਿਆ ਨਾ। ਪਰ ਇਹ ਨਹੀਂ ਹੈ। ਇਹਦਾ ਮਤਲਬ ਹੈ ਕਿ ਰੱਬ ਕਰ ਰਿਹਾ ਹੈ, ਰੱਬ ਦਾ ਸਿਸਟਮ, ਰੱਬ ਦਾ ਹੁਕਮ ਇਸ ਦੁਨੀਆ ਨੂੰ ਚਲਾ ਰਿਹਾ ਹੈ। ਲਾ ਆਫ ਨੇਚਰ, ਲਾ ਆਫ ਨੇਚਰ ਤੋਂ ਬਾਹਰ ਮੇਰਾ ਕੀਤਾ ਕੁਛ ਨਹੀਂ ਹੋ ਸਕਦਾ। ਜੇ ਮੈਂ ਬਰਫ਼ ਦੀ ਸਿੱਲੀ ਤੇ ਆਟਾ ਗੁੰਨ ਕੇ ਰੋਟੀਆਂ ਪਕਾਉਣਾ ਚਾਹਾਂ ਤਾਂ ਨਹੀਂ ਪੱਕਣਗੀਆਂ, ਅੱਗ ਤੇ ਪੱਕਣਗੀਆਂ। ਜੇ ਮੈਂ ਤਵੇ ਦੇ ਉੱਤੇ ਆਈਸਕ੍ਰੀਮ ਜਮਾਣੀ ਚਾਹਾਂ ਤਾਂ ਨਹੀਂ ਜੰਮੇਗੀ, ਫ੍ਰਿਜ ਵਿੱਚ ਜੰਮੇਗੀ ਨਾ। ਜੇ ਮੈਂ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਰਹਿਣਾ ਚਾਹਾਂ ਤਾਂ ਨਹੀਂ ਰਹਿ ਸਕਦਾ। ਯਾਨੀ ਰੱਬ ਦੇ ਜੋ ਬਣਾਏ ਕੁਦਰਤ ਦੇ ਨਿਯਮ ਨੇ, ਉਹਨਾਂ ਤੋਂ ਬਾਹਰ ਮਾਲਕ ਮੇਰਾ ਕੀਤਾ ਕੁਛ ਨਹੀਂ ਹੋ ਸਕਦਾ। ਤੇਰੇ ਰਜ਼ਾ ਦੇ ਵਿੱਚ ਮੈਂ ਸਭ ਕੁਝ ਕਰ ਸਕਦਾ। ਮੈਂ ਕਣਕ ਬੀਜ ਸਕਦਾ, ਮੈਂ ਝੋਨਾ ਬੀਜ ਸਕਦਾ, ਮੈਂ ਬਾਗ ਲਗਾ ਸਕਦਾ, ਮੈਂ ਸਾਇੰਸ ਦੀਆਂ ਖੋਜਾਂ ਕਰ ਸਕਦਾ, ਮੈਂ ਡਾਕਟਰ, ਇੰਜੀਨੀਅਰ, ਵਿਗਿਆਨਿਕ ਹੋ ਸਕਦਾ, ਮਨੋਚਿਕਿਤਸਕ ਹੋ ਸਕਦਾ, ਲੇਕਿਨ ਤੇਰੇ ਨੇਮ ਦੇ ਅੰਦਰ, ਨਿਯਮ ਤੋਂ ਬਾਹਰ ਨਹੀਂ। ਜੋ ਕੁਝ ਵੀ ਇਹ ਨਿਯਮ ਦੇ ਅੰਦਰ ਹੈ, ਹੁਣ ਮੰਨ ਲਓ ਇੱਕ ਸਾਈਕੈਟ੍ਰਿਕ ਹੈ ਤੇ ਉਹ ਦਵਾਈਆਂ ਦਿੰਦਾ ਹੈ, ਤੇ ਜੇ ਇੱਕ ਸਾਈਕੈਟ੍ਰਿਕ ਵੀਰ ਨੂੰ ਅਸੀਂ ਕਹੀਏ ਕਿ ਤੂੰ ਦਿਲ ਦਾ ਆਪਰੇਸ਼ਨ ਕਰ, ਹਾਲਾਂਕਿ ਉਹ ਡਾਕਟਰ, ਦੇਖੋ ਉਹਦੀ ਯੋਗਤਾ ਹੈ, ਪਰ ਉਹ ਦਿਲ ਦਾ ਆਪਰੇਸ਼ਨ ਨਹੀਂ ਨਾ ਕਰ ਪਾਏਗਾ। ਰੀਜ਼ਨ, ਕਿਉਂਕਿ ਉਹਨੇ ਸਟੱਡੀ ਦਿਮਾਗ ਦੀ ਕੀਤੀ ਹੈ, ਦਿਲ ਦੀ ਉਹਨੇ ਸਟੱਡੀ ਆਪਰੇਸ਼ਨ ਦੀ ਨਹੀਂ ਕੀਤੀ। ਇਸ ਤਰ੍ਹਾਂ ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ ਸਭ ਕੁਝ ਬੰਦਾ ਕਰ ਸਕਦਾ ਹੈ, ਹੁਕਮ ਤੋਂ ਬਾਹਰ ਨਹੀਂ। ਤਾਂ ਇਟ ਮੀਨਸ ਦੁੱਖ ਔਰ ਸੁੱਖ ਸਾਰੇ ਹੁਕਮ ਦੇ ਵਿੱਚ ਨੇ। ਅਸੀਂ ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ, ਲਾ ਆਫ ਨੇਚਰ ਦੇ ਅੰਦਰ ਰਹਿ ਕੇ ਇਹਨਾਂ ਚੀਜ਼ਾਂ ਨੂੰ ਸਮਝਣਾ ਹੈ ਔਰ ਜ਼ਿੰਦਗੀ ਜੀਣੀ ਹੈ। ਤੇ ਜਿਹਦਾ ਕੁਦਰਤ ਦੇ ਵਿੱਚ ਜੋ ਕਰਤਾ ਕਰਨਾ ਹੈ, ਜਿਹਨੇ ਸਾਰੀ ਰਚਨਾ ਰਚੀ ਹੈ, ਉਹ ਕਿੱਥੇ ਹੈ? ਹੁਣ ਕੋਈ ਪੁੱਛੇ ਵੀ ਉਹ ਕਿੱਥੇ ਹੈ, ਜਿਸ ਕਰਕੇ ਮੈਂ ਉਹਦੇ ਚਰਨਾਂ ਵਿੱਚ ਝੁਕਾਂ, ਉਹਨੂੰ ਮਿਲਾਂ ਜਾਂ ਉਹਦੀ ਨਾਲ ਜੁੜਾਂ। ਕਿਹੜਾ ਉਹਦਾ ਦੇਸ਼ ਹੈ, ਕਿਹੜੀ ਉਹਦੀ ਜਗ੍ਹਾ ਹੈ? ਉਹ ਸੱਚਖੰਡ ਵਿੱਚ ਕਿੱਥੇ ਹੈ? ਉਹ ਬੈਕੁੰਠ ਧਾਮ ਵਿੱਚ ਹੈ? ਉਹ ਸਵਰਗ ਵਿੱਚ ਹੈ? ਉਹ ਜੰਨਤ ਵਿੱਚ ਹੈ? ਉਹ ਅਰਸ਼ਾਂ ਕੁਰਸ਼ਾਂ ਤੇ ਕਿੱਥੇ ਹੈ? ਮੈਂ ਉਹ ਤੋਂ ਬਲਿਹਾਰ ਜਾਵਾਂ। ਤਾਂ ਗੁਰੂ ਜੀ ਕਹਿੰਦੇ ਨੇ, ਬਲਿਹਾਰੀ ਕੁਦਰਤ ਵਸਿਆ। हे ਪ੍ਰਭੂ, ਮੈਂ ਤੇਰੇ ਤੋਂ ਕੁਰਬਾਨ ਵਾਰਨੇ ਸਦਕੇ ਹਾਂ, ਤੂੰ ਕੁਦਰਤ ਦੇ ਅੰਦਰ ਵਸ ਰਿਹਾ ਹੈ, ਇਸ ਕਾਇਨਾਤ ਵਿੱਚ ਵਸ ਰਿਹਾ ਹੈ, ਦੁਨੀਆ ਦੇ ਹਰ ਜੀਵ ਜੰਤ ਦੇ ਅੰਦਰ ਵਸ ਰਿਹਾ ਹੈ, ਹਰ ਮਨੁੱਖ ਦੇ ਅੰਦਰ ਵਸ ਰਿਹਾ ਹੈ। ਮੈਂ ਤੇਰੇ ਤੋਂ ਬਲਿਹਾਰ ਜਾਵਾਂ। ਬਲਿਹਾਰ ਦਾ ਮਤਲਬ ਬਲ ਹਾਰ, ਆਪਣੀ ਤਾਕਤ ਹਾਰਨਾ, ਸਰੈਂਡਰ ਹੋਣਾ। ਤਾਂ हे ਮਾਲਕ, ਤੂੰ ਕੁਦਰਤ ਅੰਦਰ ਵਸ ਰਿਹਾ, ਮੈਂ ਤੇਰੇ ਅੱਗੇ ਸਰੈਂਡਰ ਹਾਂ, ਮੈਂ ਤੇਰੇ ਅੱਗੇ ਆਤਮ ਸਮਰਪਣ ਕਰਨਾ। ਤੇ ਆਤਮ ਸਮਰਪਣ ਕਾਹਦੇ ਅੱਗੇ ਕਰਨਾ ਹੈ? ਰੱਬ ਦੇ ਹੁਕਮ ਅੱਗੇ, ਲਾ ਆਫ ਨੇਚਰ ਅੱਗੇ, ਰੱਬੀ ਬਣਾਏ ਹੋਏ ਕੁਦਰਤ ਦੇ ਨਿਯਮਾਂ ਅੱਗੇ। ਜੇ ਉਹਦੇ ਅੱਗੇ ਆਤਮ ਸਮਰਪਣ ਹਰ ਬੰਦਾ ਕਰ ਦੇਵੇ, ਉਹਨਾਂ ਨਿਯਮਾਂ ਅਨੁਸਾਰ, ਭਾਣੇ ਅਨੁਸਾਰ ਜ਼ਿੰਦਗੀ ਜੀਵੇ, ਤਾਂ ਕਿਤਨਾ ਸੁਹਾਵਣਾ ਸੰਸਾਰ ਹੋ ਜਾਏਗਾ। ਤੇਰਾ ਅੰਤ ਨਾ ਜਾਈ ਲਖਿਆ, हे ਮਾਲਕ, ਤੇਰਾ ਅੰਤ ਨਹੀਂ ਲੱਭਿਆ ਜਾ ਸਕਦਾ।
जे कोई कहे कि कुदरत का कोई अंत लभ लवे कि ये कुदरत कित्थों शुरू हुंदी है ते कित्थे खत्म हो जाती है, लभ नहीं पाएगा। करते दा अंत किवें लभोगे, कित्थे ओदा आद कित्थे अंत, रब दा जन्म कदों होया डेट किवें लभोगे, रब मरेगा कदों किवें लभोगे, संसार दा अंत कदों होएगा किवें लभोगे। इहदा अंत नहीं जानिया जा सकता। तू अनंत है ते यह चीज समझण वाली है। ਇਹਦੇ ਵਿੱਚੋਂ बहुत वड्डी पॉजिटिव थिंकिंग मिलेगी जिंदगी वास्ते और तुहाडे अंदर विल पावर पैदा होगी। रब अनंत है और वो अनंत मेरे और तुहाडे अंदर बैठा है। रब दे अंदर अनंत गुण ने, ਇਹਦਾ मतलब साडे अंदर भी अनंत गुणां दी संभावना है क्योंकि अनंत गुणां दा मालक अंदर बैठा होया है। ਤਾਂ ਇਸ ਮੀਨਸ ਅਸੀਂ ਬਹੁਤ ਵੱਡਾ ਵਿਕਾਸ ਕਰ ਸਕਦੇ ਹਾਂ, ਆਪਣੇ ਅੰਦਰ ਦਇਆ ਪੈਦਾ ਕਰ ਸਕਦੇ ਹਾਂ, ਪ੍ਰੇਮ ਪੈਦਾ ਕਰ ਸਕਦੇ ਹਾਂ, ਸੱਚਾਈ ਪੈਦਾ ਕਰ ਸਕਦੇ ਹਾਂ, ਨਿਰਭੈਤਾ ਨਿਰਵੈਰਤਾ ਪੈਦਾ ਕਰ ਸਕਦੇ ਹਾਂ, ਇਨਸਾਨੀਅਤ ਪੈਦਾ ਕਰ ਸਕਦੇ ਹਾਂ, ਇੱਕ ਦੂਜੇ ਦਾ ਸਹਿਯੋਗ ਕਰ ਸਕਦੇ ਹਾਂ ਔਰ ਆਪਣੇ ਅੰਦਰ ਕਿਸੇ ਵੀ ਗੁਣ ਨੂੰ ਜਿੰਨਾ ਮਰਜ਼ੀ ਅੱਗੇ ਵਧਾ ਸਕਦੇ ਹਾਂ। ਸਾਡੀ ਬੋਲ ਬਾਣੀ, ਸਾਡਾ ਵਿਹਾਰ ਜੇ ਅਸੀਂ ਇੱਥੋਂ ਤੱਕ ਹੀ ਰਹੀਏ ਤਾਂ ਬਾਕੀ ਜੋ डॉक्टर ने, इंजीनियर, वैज्ञानिक आदि ने जिन्ना मर्जी रिसर्च करन बहुत कुछ अगे पिया है। असीं सीमित होकर रह गए। सानू असीमता वाले पासे वधना चाहिए, पूर्णता वाले पासे वधना चाहिए। जात मह जोत, जोत मह जाता, अकल कला भरपूर रहा। जात मह दा मतलब सृष्टि दे अंदर, जोत दा मतलब रब दा नूर, जोत मह का मतलब सारिया जोतां विच, सारे जीवां विच जाता का मतलब वेख्या जा सकता है। जात मह जोत, जात का मतलब है सृष्टि। जिन्नियां भी जातां ने, जातां का मतलब मनुख दियां जातां नहीं, जिन्ने भी इत्थे पशु ने, पंछी ने, जीव जंत ने, वनस्पति है, खंड मंडल ब्रह्मंड ने, ये सारा दिसता जगत, इहदे अंदर रब दी जोत है। जात मह जोत, हर शरीर के अंदर उसकी जोत है, उसकी सत्या है। सत्या तो बिना कुछ नहीं है। जात मह जोत, जोत मह जाता। इत्थे जोत का मतलब कि शरीरां दे अंदरों ही उन्होंने जानिया जा सकता है, सृष्टि के अंदर ही उन्होंने जानिया जा सकता है, अपने अंदर ही उन्होंने अनुभव किया जा सकता है। मेरे अंदर, तुहाडे अंदर, सारियां दे अंदर रब बैठा है। ते किवें बैठा है? अंदर चौंकड़ा मार के नहीं, जिवें असीं बैठे हैं, गुणां दे रूप विच, शक्ति दे रूप विच हर एक दे अंदर है। भगत नामदेव जी कहते हैं, सभै घट राम बोले, रामा बोले, राम बिना को बोले दे। देखो जिन्हां ने अनुभव किया, वो कहते हैं सारियां हिरदियां विच रब ही बोलदा पिया। दसो रब तो बिना होर कौन बोल रहा है? रब तो बिना होर कौन वस रहा है? सारियां दे अंदर समाया होया है। उन्होंने जानना है एक दूजे दे विचों, उन्होंने जानना है कुदरत दे विचों, उन्होंने प्रगट करना है अपने अंदरों। सारियां दे अंदर गुप्त रूप विच है, गुण स्वरूप विच है, अपने अंदरों प्रगट करना है, एक दूजे दे विचों वेखना है। लेकिन सानू भटका दिता गया, सानू भटकाया गया कि वो किते 7वें 8वें आसमान विच बैठा है, किते तुसी योग समाधियां लाओगे तां मिलेगा, चौकड़ियां मार मार के बैठे रहोगे तां दिसेगा, जंगलों विच जाओगे, बाबे बनोगे, त्यागी बनोगे। तां गुरु जी साफ लफ्जां विच कह रहे ने, जात मह जोत, जोत मह जाता, अकल कला भरपूर रहा। अकल कला दा मतलब एक रस, संपूर्ण, लगातार, कंटिन्यू। ये नहीं कि एक पल मेरे विच है ते दूजे पल नहीं। अकल कला दा मतलब हर वक्त परिपूर्ण है। तू सच्चा साहिब सिफत सवालियो, जिन कीती सो पार पाया। तू सच्चा है, मालक है। सवालियो दा मतलब सुंदरता, तू सुंदर है, तेरी सिफत बहुत चंगी है, जिन्ने भी तेरी सिफत सलाह की वो पार हो गया। सवालियो दा मतलब सुंदर, खूबसूरत सिफत। तेरी सिफत, तेरियां वड्याइयां, तेरे गुण बहुत खूबसूरत ने, बड़े सुंदर ने। देखो प्रेम कितना सोहना गुण है।
ਤੇ ਪ੍ਰੇਮ ਮੇਰੇ ਵਿੱਚ ਵੀ ਹੈ, ਤੁਹਾਡੇ ਵਿੱਚ ਵੀ ਹੈ। ਇਹ ਗੱਲ ਵੱਖਰੀ ਹੈ ਕਿ ਅਸੀਂ ਇੱਕ ਦੂਜੇ ਨਾਲ ਪ੍ਰੇਮ ਨਾ ਕਰੀਏ। ਕਿੰਨਾ ਸੋਹਣਾ ਗੁਣ ਹੈ ਪ੍ਰੇਮ ਦਾ। ਸੱਚ ਮੇਰੇ ਵਿੱਚ ਵੀ ਹੈ, ਸੱਚ ਦਾ ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ। ਇਹ ਗੱਲ ਵੱਖਰੀ ਹੈ ਕਿ ਅਸੀਂ ਸੱਚ ਨਾ ਬੋਲੀਏ। ਦਇਆ ਮੇਰੇ ਵਿੱਚ ਵੀ ਹੈ, ਤੁਹਾਡੇ ਵਿੱਚ ਵੀ ਹੈ। ਦਇਆ ਅਸੀਂ ਨਾ ਕਰੀਏ, ਵੱਖਰੀ ਗੱਲ ਹੈ। ਇਹ ਸਾਰੀਆਂ ਸੋਹਣੀਆਂ ਸਿਫਤਾਂ ਹਰ ਇਨਸਾਨ ਦੇ ਅੰਦਰ ਪਈਆਂ ਨੇ। ਜਿਨ ਕੀਤੀ, ਜਿਨੇ ਤੇਰੀ ਸਿਫਤ ਸਲਾਹ ਕੀਤੀ, ਜਿਨੇ ਤੇਰੇ ਇਹਨਾਂ ਗੁਣਾਂ ਦੇ ਉੱਤੇ ਅਮਲ ਕੀਤਾ, ਸੋ ਪਾਰ ਪਿਆ, ਉਹ ਪਾਰ ਲੰਘ ਗਿਆ ਭਵਜਲ ਤੋਂ। ਤੇ ਭਵਜਲ ਕਿੱਥੇ ਹੈ? ਸਾਡੇ ਮਨ ਦੇ ਅੰਦਰ ਜੋ ਸਾਡੀਆਂ ਮਾੜੀਆਂ ਆਦਤਾਂ ਨੇ ਨਾ, ਮਾੜੀਆਂ ਹਰਕਤਾਂ, ਮਾੜੇ ਕਰਮ, ਮਾੜੀ ਸੋਚ, ਉਹ ਭਵਜਲ ਹੈ। ਤੇ ਇਹਨਾਂ ਮਾੜੀਆਂ ਆਦਤਾਂ ਨੂੰ ਛੱਡ ਕੇ ਚੰਗੀਆਂ ਆਦਤਾਂ ਆਪਣੇ ਅੰਦਰ ਧਾਰਨ ਕਰ ਲੈਣੀਆਂ, ਇਹ ਭਵਜਲ ਤੋਂ ਪਾਰ ਲੰਘਣਾ ਹੈ। ਜਿਨਨੇ ਤੇਰੀ ਸਿਫਤ ਸਲਾਹ ਕੀਤੀ, ਉਹ ਪਾਰ ਹੋ ਗਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ। ਕਰਤੇ ਕੀਆਂ ਬਾਤਾਂ ਦਾ ਮਤਲਬ ਸਿਫਤ ਸਲਾਹ ਦੀਆਂ ਗੱਲਾਂ। ਕਹੋ ਦਾ ਮਤਲਬ ਆਖ ਕਿ ਹੇ ਨਾਨਕ, ਤੂੰ ਰੱਬ ਦੀਆਂ, ਕਰਤੇ ਦੀਆਂ ਸਿਫਤ ਸਲਾਹ ਦੀਆਂ ਗੱਲਾਂ ਕਰ, ਉਹਦੇ ਗੁਣ ਗਾ। ਗੁਣਾਂ ਦਾ ਧਾਰਨੀ ਹੋ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ। ਜੋ ਕੁਛ ਕਰਨਾ ਸੋ ਕਰ ਰਿਹਾ। ਜੋ ਕੁਛ ਉਸ ਰੱਬ ਨੇ ਕਰਨਾ ਹੈ ਉਹ ਕਰ ਰਿਹਾ ਹੈ। ਜੋ ਉਹਨੇ ਕਰਨਾ ਸੀ ਉਹਨੇ ਕਰ ਦਿੱਤਾ ਹੈ ਪਿੱਛੇ। ਜੋ ਉਹਨੇ ਹੁਣ ਕਰਨਾ ਹੈ ਹੁਣ ਕਰ ਰਿਹਾ ਹੈ। ਜੋ ਹੁਣ ਆਉਣ ਵਾਲੇ ਸਮੇਂ ਵਿੱਚ ਉਹਨੇ ਕਰਨਾ ਹੈ ਉਹ ਕਰਦਾ ਰਹੇਗਾ, ਕਿਉਂਕਿ ਉਹ ਹੈ ਹੀ ਕਰਤਾ, ਹਰ ਵਕਤ ਕਰ ਰਿਹਾ ਕੁਝ ਨਾ ਕੁਝ। ਜੇ ਕੁਦਰਤ ਦੇ ਅੰਦਰ 5 ਮਿੰਟ ਵਾਸਤੇ ਆਕਸੀਜਨ ਬਣਾਣੀ ਰੱਬ ਬੰਦ ਕਰ ਦੇਵੇ, ਯਾਨੀ ਕੁਦਰਤ ਵਿੱਚ 5 ਮਿੰਟ ਲਈ ਆਕਸੀਜਨ ਖਤਮ ਹੋ ਜਾਏ ਨਾ, ਆ ਸਾਰਾ ਬ੍ਰਹਿਮੰਡ ਖਤਮ ਹੋ ਜਾਏਗਾ। ਸਾਨੂੰ ਸਾਹ ਆਉਣਾ ਬਾਅਦ ਵਿੱਚ ਬੰਦ ਹੋਏਗਾ। ਆਕਸੀਜਨ ਖਤਮ ਹੋਣ ਨਾਲ ਸਾਡਾ ਸਰੀਰ ਦਾ ਪਹਿਲਾਂ ਫਿੰਜਰਾਂ ਉੱਡ ਜਾਣਗੀਆਂ। ਪੂਰੇ ਸਮੁੰਦਰ ਦਾ ਪਾਣੀ 2-4 ਸੈਕਿੰਡ ਦੇ ਵਿੱਚ ਉੱਡ ਜਾਏਗਾ। ਜੇ ਪਾਣੀ ਚੋਂ ਆਕਸੀਜਨ ਵੱਖਰੀ ਹੋ ਜਾਏ ਨਾ, ਪਿੱਛੇ ਹਾਈਡਰੋਜਨ ਬਚੇਗੀ, 2 ਮਿੰਟ ਵੀ ਨਹੀਂ ਲੱਗਣੇ ਉੱਡਣ ਲੱਗਿਆ। ਇਹ ਸਭ ਵਨਸਪਤੀ ਉਰਾ ਪਰਾ ਸਭ ਕੁਛ ਤਹਿਸ ਨਹਿਸ ਹੋ ਜਾਏਗਾ, ਸਿਰਫ 5, 7, 10, 20 ਸੈਕਿੰਡ ਜਾਂ 5-4 ਮਿੰਟ ਦੇ ਵਿੱਚ। ਹੁਣ ਕਰਤਾ ਕਰ ਰਿਹਾ ਹੈ। ਗੱਲ ਇਹ ਨਹੀਂ ਕਿ ਰੱਬ ਕੀ ਕਰੇ, ਰੱਬ ਤੇ ਕਰ ਰਿਹਾ ਹੈ। ਤੇ ਅਸੀਂ ਰੱਬ ਨੂੰ ਹੀ ਕਹੀ ਜਾਂਦੇ ਹਾਂ, ਰੱਬਾ ਮੈਨੂੰ ਸੁੱਖ ਦੇ, ਰੱਬਾ ਮੈਨੂੰ ਕੋਠੀ ਦੇ, ਰੱਬਾ ਮੈਨੂੰ ਕਾਰ ਦੇ, ਰੱਬਾ ਮੇਰਾ ਬੁਖਾਰ ਲਾ, ਰੱਬਾ ਮੈਨੂੰ ਤੰਦਰੁਸਤੀ ਦੇ। ਯਾਨੀ ਉਹ ਵੀ ਰੱਬ ਹੀ ਕਰੇ। ਵੀ ਬੁਖਾਰ ਚੜਿਆ ਤੇ ਦਵਾਈ ਤੂੰ ਲੈ, ਰੱਬ ਹੁਣ ਪੈਰਾਸੀਟਾਮੋਲ ਥੋੜੀ ਖਾਣੀ। ਯਾਨੀ ਗੱਲ ਇਹ ਨਹੀਂ ਕਿ ਰੱਬ ਕੀ ਕਰ ਰਿਹਾ ਹੈ, ਉਹ ਜੋ ਕੀਤਾ ਹੈ ਉਹਨੇ ਕੀਤਾ ਹੈ, ਜੋ ਕਰਨਾ ਹੈ ਕਰ ਰਿਹਾ ਹੈ, ਜੋ ਆਉਣ ਵਾਲੇ ਸਮੇਂ ਕਰਨਾ ਹੈ ਕਰੇਗਾ, ਉਹ ਕਰਤਾ ਹੈ। ਸਵਾਲ ਇਹ ਹੈ ਕਿ ਅਸੀਂ ਕੀ ਕਰਨਾ ਹੈ। ਅਸੀਂ ਕੀ ਕਰਨਾ ਹੈ, ਅਸੀਂ ਕੀ ਕਰ ਰਹੇ ਹਾਂ, ਪਿੱਛੇ ਕੀ ਕੀਤਾ ਹੈ, ਹੁਣ ਕੀ ਕਰ ਰਹੇ ਹਾਂ, ਅੱਗੇ ਕੀ ਕਰਾਂਗੇ। ਪਿਛਲੀ ਜ਼ਿੰਦਗੀ ਕਿਵੇਂ ਬਿਤਾਈਏ ਵੈਰ ਵਿਰੋਧ ਈਰਸ਼ਾ ਦਵੇਸ਼ ਵਿੱਚ, ਹੁਣ ਕਿਵੇਂ ਬਿਤਾ ਰਹੇ ਹਾਂ, ਅੱਗੋਂ ਕਿਵੇਂ ਬਿਤਾਵਾਂਗੇ, ਗੱਲ ਤੇ ਸਾਡੀ ਹੈ। ਇਸ ਲਈ ਅਸੀਂ ਇਸ ਨਜ਼ਰੀਏ ਦੇ ਨਾਲ ਦੁੱਖਾਂ ਨੂੰ ਵੇਖਣਾ ਹੈ। ਜਦੋਂ ਕੋਈ ਦੁੱਖ ਆਵੇ ਘਾਬਰਨਾ ਨਹੀਂ, ਸਗੋਂ ਉਹਨੂੰ ਵੇਖਣਾ ਹੈ ਕਿ ਇਹ ਦੁੱਖ ਜਿਹੜਾ ਹੈ ਮੇਰੇ ਵਾਸਤੇ ਦਾਰੂ ਕਿਵੇਂ ਬਣ ਸਕਦਾ ਹੈ, ਇਹਦੇ ਵਿੱਚੋਂ ਮੈਂ ਸਫਲਤਾ ਕਿਵੇਂ ਹਾਸਲ ਕਰ ਸਕਦਾ। ਤੇ ਜਦੋਂ ਸੁੱਖ ਆਉਣ ਉਦੋਂ ਰੱਬ ਦਾ ਸ਼ੁਕਰਾਨਾ ਕਰਕੇ ਤੇ ਇਹ ਸੁਚੇਤ ਰਹਿਣਾ ਕਿ ਮੈਂ ਆਪਣੇ ਚੰਗੇ ਗੁਣਾਂ ਤੋਂ ਇਧਰ ਉਧਰ ਭਟਕ ਨਾ ਜਾਵਾਂ। ਫਿਰ ਹਰ ਜੀਵ ਦੇ ਅੰਦਰ ਜਾਤ ਮੈਂ ਜੋਤ, ਜੋਤ ਮੈਂ ਜਾਤਾ। ਜੀਵਾਂ ਦੇ ਅੰਦਰ, ਮਨੁੱਖਾਂ ਦੇ ਅੰਦਰ ਰੱਬ ਨੂੰ ਵੇਖਣਾ ਹੈ, ਆਪਣੇ ਅੰਦਰ, ਦੂਜਿਆਂ ਦੇ ਅੰਦਰ ਰੱਬ ਵਰਗਾ ਪਿਆਰ ਵਿਹਾਰ ਕਰਨਾ। ਇਸ ਸ਼ਲੋਕ ਰਾਹੀਂ ਦੱਸ ਰਹੇ ਨੇ ਕਿ ਰੱਬ ਦੀ ਸਿਫਤ ਸਲਾਹ ਬਹੁਤ ਸੁੰਦਰ ਹੈ। ਜੋ ਉਹ ਸਿਫਤ ਸਲਾਹ ਨੂੰ ਕਰੇਗਾ ਉਹਦਾ ਪਾਰ ਉਤਾਰਾ ਹੋ ਜਾਏਗਾ। ਇਸ ਲਈ ਅਸੀਂ ਇੱਕੋ ਹੀ ਹੈ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਜੋ ਕੁਛ ਕਰਨਾ ਸੋ ਕਰ ਰਿਹਾ, ਜੋ ਰੱਬ ਨੇ ਕਰਨਾ ਹੈ ਉਹਦੇ ਹੁਕਮ ਦੇ ਅੰਦਰ ਸਾਰੀ ਕਾਇਨਾਤ ਕਰੀ ਜਾ ਰਹੀ ਹੈ। ਤੂੰ ਕਰਤੇ ਦੀਆਂ ਬਾਤਾਂ ਆਖ, ਉਹਦੀ ਸਿਫਤ ਸਲਾਹ ਆਖ, ਉਹਦੇ ਗੁਣਾਂ ਦੇ ਨਾਲ ਜੁੜਿਆ ਰਹੋ। ਤੇਰੀ ਇੰਨੀ ਜ਼ਿੰਮੇਵਾਰੀ ਹੈ, ਮਨ ਬਚਨ ਔਰ ਕਰਮ ਕਰਕੇ ਗੁਣਾਂ ਦਾ ਧਾਰਨੀ ਹੋ, ਆਪਣੀ ਜ਼ਿੰਦਗੀ ਨੂੰ ਬਿਤਾ। ਅਗਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਹੈ, ਗੁਰੂ ਅੰਗਦ ਪਾਤਸ਼ਾਹ ਜੀ ਦਾ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ। ਇੱਥੇ ਸ਼ਬਦੰ ਦਾ ਮਤਲਬ ਹੈ ਧਰਮ। ਜਦੋਂ ਅਸੀਂ ਇੰਡੀਆ ਵੱਲ ਝਾਤ ਮਾਰਦੇ ਹਾਂ ਨਾ, ਤਾਂ ਬ੍ਰਾਹਮਣ ਨੇ, ਮਨੂ ਨੇ 4 ਵਰਨਾਂ ਦੇ ਵਿੱਚ ਮਨੁੱਖ ਨੂੰ ਵੰਡ ਦਿੱਤਾ। ਬ੍ਰਾਹਮਣ, क्षत्रिय, वैश्य और शूद्र। और ये तर्क दिता, ये
अपना आइडिया दिता कि ब्राह्मण वड्डा है क्योंकि वो ब्रह्मा के मुख चों पैदा होया, क्षत्रिय ब्रह्मा दियां बाहां चों पैदा होया, वैश्य पेट चों पैदा होया ते शूदर पैरां चों पैदा होया। हुण देखो, ये तर्क ही गलत है। मुंह चो बच्चा थोड़ी पैदा हो सकता है, बाहां चो कोई बंदा जमदा वेख्या और जां पैरां दे विचों जमदा देखिया? ऐसा नहीं है। उन्हें 4 वर्ण बना दिते, 4 वर्णां दे वखरियां वखरे धर्म निश्चित कर दिते कि यह खत्री दा धर्म है, यह ब्राह्मण दा धर्म है, वैश्य दा धर्म है और शूद्र दा धर्म है। हुण गुरु जी अपनी गल नहीं कह रहे, अपनी गल थल्ले कहणगे। पहला दूजे धर्म दसते ने पे भी दूजे लोग की मान रहे ने। जोग शब्दन, जोग शब्दन ज्ञान शब्दन, शब्दन का मतलब धर्म, जोग का मतलब योगी जिहड़े ने। योगियां का धर्म है कि ज्ञान हासिल करना और ज्ञान राही समाधियां ला के ते जो अंदर सूक्ष्म शरीर रब दा वो मनदे ने ओदे नाल जुड़ना, यानी केवल ज्ञान हासिल करना है, समाधियां लानियां ने। योगियां दा धर्म किरत नहीं करनी, होर काम नहीं करना, ज्ञान ते केवल समाधियां। हुण सपोज कि असीं सारे ही जोगी हो जाइए दुनिया के लोग ते सारे समाधियां ला के बैठ जाइए ते हाल की होएगा? रोटी खाण लई कित्थों आएगी? कोरोना विच 2 महीने होए ने ना, ते किवें जिंदगी औखी हो गई है। हाल ही इन्हां देशां विच चलो गौरमेंट भी सहयोग दे रही है, लेकिन असीं वेखीए भी किवें। मैं कल परसों एक निक्की जी क्लिप देख रहा सां, मजदूर जा रहे ने पैदल, उन्हां दे कोल पहुंचण लई कोई साधन नहीं। ते एक बीबी है, ਉਹਦੇ 4 ਸਾਲ ਦੇ ਬੱਚੇ ਦੀ ਰਾਹ 'ਚ ਮੌਤ ਹੋ ਗਈ ਹੈ ਤੇ ਉਸ ਲਾਸ਼ ਨੂੰ ਕੋਈ ਉਹਦੇ ਘਰ ਪਹੁੰਚਾਉਣ ਵਾਲਾ ਨਹੀਂ, ਪੈਦਲ ਵਿਚਾਰੀ ਨੇ ਪਤਾ ਨਹੀਂ ਕਿੱਥੇ ਜਾਣਾ ਹੈ। 4 ਸਾਲ ਦੇ ਬੱਚੇ ਦੀ ਲੋਥ ਆਪਣੀ ਗੋਦ ਦੇ ਨਾਲ ਚੁੱਕ ਕੇ ਤੁਰ ਰਹੀ। ਕਿੰਨੀਆਂ ਪ੍ਰੋਬਲਮਸ ਨੇ। ਤੇ ਜੇ ਸਾਰੇ ਮੰਨ ਲਓ ਜੋਗੀ ਹੋ ਕੇ ਬਹਿ ਜਾਣ ਤੇ ਖਾਣ ਲਈ ਕਿੱਥੋਂ ਆਏਗਾ? ਪਰ ਇਹ ਇੱਕ ਵੱਖਰਾ ਟੌਪਿਕ ਹੈ। ਗੁਰੂ ਜੀ ਕਹਿੰਦੇ ਨੇ ਜੋਗੀਆਂ ਦਾ ਧਰਮ ਹੈਗਾ ਗਿਆਨ ਹਾਸਲ ਕਰਨਾ। वेद शब्दन ब्राह्मण है, शब्दन का मतलब धर्म। ब्राह्मण का धर्म है वेद शास्त्र पढ़ने। 6 कर्म ब्राह्मण ने निश्चित किए ने, विद्या पढ़नी पढ़ाउणी, दान देना और लेना, यज्ञ करने ते कराने। हुण जे किरत नहीं करोगे तो दान देने लई कित्थों आएगा? जे सारे ही ये काम करन लग जाण ते काम किवें चलेगा? यानी ब्राह्मण का धर्म जिहड़ा है वो विद्या पढ़नी। 2 धर्म हो गए, जोगियां का वखरा धर्म हो गया, ब्राह्मणों का वखरा हो गया। खत्री शब्दन सूर शब्दन, शब्दन का मतलब धर्म ते सूर का मतलब सूरम गति। जिहड़े क्षत्री ने उन्हां दा धर्म है सूरम गति, मैदान जंग विच लड़ना। इन्हां दा धर्म यह हो गया। शूद्र शब्दन पराकृत है। शूद्र का मतलब जिहड़े अखौती नीवी जात के लोग ने उन्हां दा धर्म है पराकृत दा मतलब जिहड़े 3 पहले वर्ण ने उन्हां दी सेवा करनी। ब्राह्मण, क्षत्री और वैश्य दी सेवा करनी, ये उन्हां दा धर्म है। हुण इत्थे किरत ते किते भी नहीं आई। हुण 4 धर्म हो गए, रब एक, सारी मनुखता उस रब की उपाई हुई, एक नूर तो पैदा हुई ते 4 धर्म। और फिर उस 4 धर्मां तो बाद होर अनेकां धर्म है। इस टाइम मेरे ख्याल 1500-1600 या इस तो भी ज्यादा धर्म होणगे, छोटे वड्डे मिला के सारे। किन्ने धर्म ने। हुण गुरु जी थल्ले अपना आइडिया दे रहे ने, विचार दे रहे ने। कहंदे ने सर्व शब्दन एक शब्दन। देखो ये ब्राह्मण की विचारधारा सी, जगत में जो चल रही सी, जो पहला सी। हुण गुरु जी अपना विचार पेश कर रहे हैं। कहंदे ने सर्व शब्दन एक शब्दन। शब्दन का मतलब है धर्म, सर्व का मतलब सारे। सारियां धर्मां दा इक्को ही धर्म है। जे को जाने भेओ, जे कोई इस भेद वाली गल नूं समझ लवे। वखरे वखरे धर्म नहीं हैं। नानक ताका दास है सोई निरंजन देओ। निरंजन का मतलब माया की मैल तो रहत।
ਦੇਓ ਦਾ ਮਤਲਬ ਰੱਬ। ਗੁਰੂ ਜੀ ਕਹਿੰਦੇ ਨੇ ਮੈਂ ਉਸ ਪੁਰਸ਼ ਦਾ ਦਾਸ ਬਣਨ ਲਈ ਤਿਆਰ ਹਾਂ। ਉਹ ਬੰਦਾ ਰੱਬ ਦਾ ਰੂਪ ਹੈ ਜਿਹੜਾ ਇਸ ਭੇਤ ਵਾਲੀ ਗੱਲ ਨੂੰ ਸਮਝ ਲਵੇ ਕਿ ਧਰਮ ਸਾਰਿਆਂ ਦਾ ਇੱਕੋ ਹੀ ਹੈ, ਵੱਖਰਾ ਵੱਖਰਾ ਧਰਮ ਨਹੀਂ ਹੋ ਸਕਦਾ, ਹਜ਼ਾਰਾਂ ਧਰਮ ਨਹੀਂ ਹੋ ਸਕਦੇ, ਧਰਮ ਇੱਕ ਹੀ ਹੈ। ਤੇ ਉਹ ਧਰਮ ਕਿਹੜਾ ਹੈ? ਉਹ ਇੱਕ ਧਰਮ ਕਿਹੜਾ ਹੈ? ਇੱਕ ਧਰਮ ਇਹ ਹੈ ਕਿ ਇੱਕ ਦੀ ਰਜ਼ਾ ਦੇ ਵਿੱਚ ਤੁਰਨਾ, ਹੁਕਮ ਰਜ਼ਾਈ ਚੱਲਣਾ। ਤੇ ਇੱਕ ਧਰਮ ਕਿਹੜਾ ਹੈ? ਸਚਿਆਰ ਹੋਣਾ। ਕਿ ਸਚਿਆਰਾ ਹੋਈਏ, ਯਾਨੀ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਜੇ ਲਿਖਣਾ ਚਾਹੋ ਤੇ ਨੋਟ ਲਿਖ ਲਓ ਧਰਮ ਦੀ ਪਰਿਭਾਸ਼ਾ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਹੁਣ ਕਿੰਨੇ ਸਾਡੇ ਫਰਜ਼ ਨੇ? ਔਰਤ ਦੇ ਫਰਜ਼, ਜਿਵੇਂ ਮੈਂ ਪਹਿਲਾਂ ਇੱਕ ਦਿਨ ਬੇਨਤੀ ਕੀਤੀ ਸੀ, ਔਰਤ ਬੇਟੀ ਹੈ, ਭੈਣ ਹੈ, ਪਤਨੀ ਹੈ, ਮਾਂ ਹੈ, ਨੂੰਹ ਹੈ, ਸੱਸ ਹੈ, ਦਾਦੀ ਹੈ। ਕਿੰਨੇ ਸਾਰੇ ਰਿਸ਼ਤੇ ਨੇ। ਇਮਾਨਦਾਰੀ ਦੇ ਨਾਲ ਇਹਨਾਂ ਫਰਜ਼ਾਂ ਨੂੰ ਔਰਤ ਪੂਰੀਆਂ ਕਰੇ। ਬੰਦੇ ਦੇ ਕਿੰਨੇ ਸਾਰੇ ਰਿਸ਼ਤੇ ਨੇ। ਬੰਦਾ ਬੇਟਾ ਹੈ, ਭਰਾ ਹੈ, ਪਤੀ ਹੈ, ਚਾਚਾ ਹੈ, ਤਾਇਆ ਹੈ, ਪਿਤਾ ਹੈ, ਸਹੁਰਾ ਹੈ, ਜਵਾਈ ਹੈ, ਦਾਦਾ ਹੈ, ਪੋਤਾ ਹੈ। ਕਿੰਨੇ ਸਾਰੇ ਰਿਸ਼ਤੇ ਨੇ। ਇਮਾਨਦਾਰੀ ਨਾਲ ਸੱਚ ਨੂੰ ਬੇਸ ਬਣਾ ਕੇ ਮਨੁੱਖ ਆਪਣੇ ਫਰਜ਼ਾਂ ਨੂੰ ਪੂਰੀਆਂ ਕਰੇ ਤੇ ਇਹ ਫਰਜ਼ ਇੱਥੇ ਬਸ ਨਹੀਂ ਹੋ ਜਾਂਦੇ। ਜਿਹੜਾ ਵੱਡਾ ਯੂਨੀਵਰਸ ਹੈ ਓਡੇ ਵੱਡੇ ਸਾਡੇ ਫਰਜ਼ ਨੇ। ਹਵਾ ਲਈ ਕੀ ਫਰਜ਼ ਨੇ, ਪਾਣੀ ਲਈ ਕੀ ਫਰਜ਼ ਨੇ, ਧਰਤੀ ਲਈ ਕੀ ਫਰਜ਼ ਨੇ, ਮਨੁੱਖ ਮਾਤਰ ਲਈ ਕੀ ਫਰਜ਼ ਨੇ, ਜੀਵ ਜਨਤਾ ਵਾਸਤੇ ਕੀ ਫਰਜ਼ ਨੇ। ਇਹਨਾਂ ਸਾਰੇ ਫਰਜ਼ਾਂ ਨੂੰ ਪੂਰੀਆਂ ਕਰੇ। ਹੁਣ ਅਸੀਂ ਦੇਖਦੇ ਹਾਂ, ਦੇਖੋ ਦੇਸ਼ਾਂ ਦੇ ਵਿੱਚ, ਹੁਣ ਯੂਕੇ ਦੇ ਵਿੱਚ ਸਾਫ਼ ਸਫਾਈ ਵਾਸਤੇ ਕਿੰਨਾ ਕੁਛ ਕਾਨੂੰਨ ਵੀ ਬਣੇ ਨੇ ਵੀ ਗੰਦਗੀ ਨਹੀਂ ਪਾਣੀ, ਥਾਂ ਥਾਂ ਤੇ ਬਿਨ ਵੀ ਲਗਾਏ ਨੇ। ਪਰ ਫਿਰ ਵੀ ਬਾਹਰ ਜਾਈਏ ਕਿਤੇ ਘੁੰਮਣ ਵਾਸਤੇ, ਕਈ ਲੋਕ ਨੇ ਉਹਨਾਂ ਨੇ ਕੋਕ ਪੀ ਕੇ ਤੇ ਸੁੱਟੀਆਂ ਹੁੰਦੀਆਂ ਨੇ ਕੈਨੀਆਂ, ਬਰਗਰ ਖਾ ਕੇ ਤੇ ਕਾਗਜ਼ ਸੁੱਟ ਹੁੰਦੇ ਨੇ। ਇਹ ਫਰਜ਼ ਨਹੀਂ ਨਾ ਉਹਨਾਂ ਦਾ। ਆਪਣੇ ਫਰਜ਼ ਨੂੰ ਨਿਭਾਉਣ ਵੀ ਜੇ ਕੋਈ ਚੀਜ਼ ਖਾਧੀ ਪੀਤੀ ਉਹਨੂੰ ਬਿਨ ਵਿੱਚ ਪਾਓ। ਜੇ ਸਾਰੇ ਗੰਦਗੀ ਫੈਲਾਣਗੇ ਤੇ ਫਿਰ ਸਾਡੇ ਵਾਲਾ ਹਾਲ ਹੋ ਜਾਏਗਾ ਨਾ, ਸਾਡੇ ਦੇਸ਼ ਵਾਲਾ। ਇਸ ਲਈ ਹਰ ਇਨਸਾਨ ਜੇ ਸੱਚ ਨੂੰ ਬੇਸ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰੇ ਤਾਂ ਦੁਨੀਆ ਤੋਂ ਧਾਰਮਿਕ ਝਗੜੇ ਖਤਮ ਹੋ ਜਾਣਗੇ। ਇਹ ਸਾਂਝਾ ਧਰਮ ਸਾਰੀ ਮਨੁੱਖਤਾ ਦਾ, ਮਨ ਬਚਨ ਕਰਮ ਕਰਕੇ ਸੱਚੇ ਹੋਣਾ। ਅਗਲਾ ਬਚਨ ਗੁਰੂ ਅੰਗਦ ਦੇਵ ਜੀ ਕਰ ਰਹੇ ਨੇ, ਏਕ ਕ੍ਰਿਸ਼ਨੰ ਸਰਬ ਦੇਵਾ। ਹੁਣ ਰੱਬ ਵੱਖਰੇ ਵੱਖਰੇ ਰੱਬ ਬਣਾ ਲੈ, ਵੱਖਰੇ ਵੱਖਰੇ ਰੱਬ ਬਣਾ ਲੈ। ਸ਼ੂਦਰ ਨੂੰ ਤੇ ਧਰਮ ਮੰਦਰਾਂ ਵਿੱਚ ਜਾਣ ਦੀ ਇਜਾਜ਼ਤ ਵੀ ਨਹੀਂ ਸੀ। ਸ਼ੂਦਰ ਨੂੰ ਤਾਂ ਧਰਮ ਗ੍ਰੰਥ ਪੜ੍ਹਨ ਦੀ ਇਜਾਜ਼ਤ ਵੀ ਨਹੀਂ ਸੀ, ਔਰ ਪੜ੍ਹਨ ਦੀ ਕੀ, ਸੁਣਨ ਤੱਕ ਦੀ ਇਜਾਜ਼ਤ ਨਹੀਂ ਸੀ। ਇੱਥੋਂ ਤੱਕ ਮਨੂ ਸਿਮਰਤੀ ਦੇ ਵਿੱਚ ਆਪ ਲਿਖਿਆ ਵੇਖ ਸਕਦੇ ਹੋ ਅੱਜ ਵੀ ਕਿ ਸ਼ੂਦਰ ਨੂੰ ਧਰਮ ਗ੍ਰੰਥ ਸੁਣਨ ਦੀ ਆਗਿਆ ਨਹੀਂ ਹੈ। ਜੇ ਉਹ ਚੋਰੀ ਧਰਮ ਗ੍ਰੰਥ ਸੁਣਦਾ ਹੈ ਤਾਂ ਉਹਦੇ ਕੰਨਾਂ ਦੇ ਵਿੱਚ ਸਿੱਕਾ ਟਾਲ ਕੇ ਪਾ ਦਿਓ, ਉਹਦੀ ਜ਼ਬਾਨ ਕੱਟ ਦਿਓ। ਦੇਖੋ ਰਾਮਚੰਦਰ ਜੀ ਨੇ ਸ਼ੰਭੂਕ ਨੂੰ ਇਸ ਕਰਕੇ ਮਾਰ ਦਿੱਤਾ ਕਿ ਉਹ ਅਖੌਤੀ ਨੀਵੀਂ ਜਾਤ ਦਾ ਹੋ ਕੇ ਤਪ ਕਰ ਰਿਹਾ ਸੀ। ਬ੍ਰਾਹਮਣ ਜਾ ਕੇ ਸ਼ਿਕਾਇਤ ਕਰਦਾ ਹੈ ਕਿ ਮੇਰਾ ਮੁੰਡਾ ਮਰ ਗਿਆ, ਕਿ ਮੇਰਾ ਮੁੰਡਾ ਤਾਂ ਮਰਿਆ ਕਿ ਤੇਰੇ ਰਾਜ ਵਿੱਚ ਮਰਿਆਦਾ ਦਾ ਉਲੰਘਣ ਹੋਇਆ। ਤੇ ਮਰਿਆਦਾ ਦਾ ਉਲੰਘਣ ਕੀ ਹੋਇਆ ਕਿ ਕੋਈ ਅਖੌਤੀ ਸ਼ੂਦਰ ਤੇਰੇ ਰਾਜ ਵਿੱਚ ਤਪ ਕਰ ਰਿਹਾ, ਮੇਰਾ ਮੁੰਡਾ ਤਾਂ ਮਰਿਆ। ਦੇਖੋ ਇਹਦਾ ਕੀ ਸੰਬੰਧ ਹੈ? ਜੇ ਛੋਟੀ ਜਾਤ ਦਾ ਬੰਦਾ ਰਾਮ ਰਾਮ ਕਰੇ ਤੇ ਮੁੰਡਾ ਮੇਰਾ ਮਰ ਜਾਏ, ਐਵੇਂ ਹੋ ਸਕਦਾ? ਖੋਜ ਕੀਤੀ ਗਈ, ਸ਼ੰਭੂਕ ਨੂੰ ਰਾਮਚੰਦਰ ਜੀ ਨੇ ਆਪ ਮਾਰਿਆ। ਤਾਂ ਗੁਰੂ ਜੀ ਕਹਿੰਦੇ ਨੇ ਵੀ ਰੱਬ ਹੁਣ ਜਿਵੇਂ ਧਰਮ ਵੱਖਰੇ ਵੱਖਰੇ ਕਰਤੇ ਲੜਾਈ ਦਾ ਕਾਰਨ ਬਣ ਗਿਆ, ਰੱਬ ਵੀ ਵੱਖਰੇ ਵੱਖਰੇ। ਕਿਸੇ ਦਾ ਰੱਬ ਵੀ ਮੇਰੀ ਗੱਲ ਮੰਨੋਗੇ ਤਾਂ ਸਾਡਾ ਰੱਬ ਤੁਹਾਡੀ ਸਹਾਇਤਾ ਕਰੇਗਾ, ਦੂਜਾ ਕਹਿੰਦਾ ਵੀ ਸਾਡੀ ਮਰਿਆਦਾ ਦਾ ਪਾਲਨ ਕਰੋਗੇ ਤਾਂ ਰੱਬ ਤੁਹਾਡੀ ਸਹਾਇਤਾ ਕਰੇਗਾ, ਤੀਜਾ ਕਹਿੰਦਾ ਵੀ ਸਾਡੀ ਪਾਲਣਾ ਕਰੋਗੇ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ 33 ਕਰੋੜ ਦੇਵਤੇ ਬਣਾ ਲਏ, ਅੱਗੋਂ ਉਹਨਾਂ ਦੇ 3 ਮੇਨ ਬਣਾ ਲਏ ਵੀ ਇੱਕ ਦੇਵਤਾ ਧਰਤੀ ਦੀ ਉਤਪਤੀ ਕਰਦਾ ਹੈ, ਦੂਜਾ ਇਹਦੀ ਪਾਲਣਾ ਕਰਦਾ ਹੈ, ਤੀਜਾ ਇਹਦਾ ਸੰਘਾਰ ਕਰਦਾ ਹੈ। ਇਹ 3 ਅਲੱਗ ਅਲੱਗ ਸ਼ਕਤੀਆਂ ਨੇ।
कोई देवता बना लिया कि इंद्र देवता पानी दिंदा है, एक पवन देवता हो गया, सूरज देवता हो गया, यानी इन्ने सारे रब, इन्ने सारे देवते बना लए। हुण गुरु जी इन्हां मनौतां दा खंडन कर रहे हैं ते कहंदे ने एक कृष्णं सर्व देवा। इत्थे कृष्णं दा मतलब है रब, सर्व देवा दा मतलब सारियां दा देवता। देव देवा आत्मा दा मतलब देवतियां दे देवते दी भी आत्मा, यानी जो देवतियां दा वड्डा देवता है ओदे अंदर भी प्राण सत्ता। एक कृष्णं सर्व देवा, एक सर्व व्यापक प्रभु ही देवतियां दी जिंद जान है, यानी ओदे करके ही वो होंद विच ने। वो रब ही देवतियां दे देवते दी भी आत्मा है। आत्मा वासुदेवस्य, आत्मा वासुदेवस्य, एवें पढ़ना है, वासुदेवस्य जे को जाने पियो। जो मनुख वाहिगुरु दे असले दी असलीयत नूं समझ लैंदा है ना, नानक ताका दास है सोई निरंजन देओ। गुरु पातशाह जी कहंदे ने मैं उस मनुख दा दास हां, क्योंकि वो जानन वाला निरंजन देव दा मतलब, निरंजन दा मतलब माया तो अलेप, देव दा मतलब प्रकाश स्वरूप। वो उस माया दी मैल तो रहत रब दा रूप हो जांदा है, जेड़ा उस सारियां दी जिंद जान एक नूं जान लैंदा है। मतलब कोई अलग अलग देवी देवतियां दी होंद नहीं, कोई उन्हां दे हत्थ विच वखरी कोई पावर नहीं, रब दी रजा तो बिना कोई कुछ कर नहीं सकता। इसलिए रब एक है जो सारियां दे अंदर समाया होया है। जे कोई देवता मान लो है ਤਾਂ ਉਹਦੇ ਅੰਦਰ ਵੀ ਉਹੀ ਸ਼ਕਤੀ ਹੈ ਜੋ ਮੇਰੇ ਅੰਦਰ ਹੈ, ਜੋ ਤੁਹਾਡੇ ਵਿੱਚ ਮੇਰੇ ਵਿੱਚ, ਜੋ ਮੇਰੇ ਵਿੱਚ ਤੁਹਾਡੇ ਵਿੱਚ। ਸਭ ਹੈ ਕਟ ਰਾਮ ਬੋਲ ਹੈ, ਰਾਮਾ ਬੋਲ ਹੈ, ਰਾਮ ਬਿਨਾ ਕੋ ਬੋਲੇ ਰੇ। ਤੂੰ ਘਟ ਘਟ ਅੰਤਰ ਵਰਤ, ਆਪੇ ਮਾਛੀ ਮਛਲੀ ਆਪੇ ਪਾਣੀ ਜਾਲ, ਆਪੇ ਜਾਲ ਮਨਕਦਾ। ਇੱਕ ਹੀ ਰੱਬ ਹੈ ਤੇ ਉਹ ਰੱਬ ਕੀ ਹੈ? ਇੱਕ ਓੰਕਾਰ। ਗੁਰੂ ਜੀ ਨੇ ਕਿਹਾ ਨਾ, ਇੱਕ ਓੰਕਾਰ ਦਾ ਮਤਲਬ ਹੀ ਇਹ ਹੈ ਕਿ ਇੱਕ ਸਰਬ ਵਿਆਪਕ परम सत्या। जिस तरह ही यह सारा जगत दिसता अणदिसता होंद विच आउंदा है, जिस करके इसकी पालना हुंदी है, संचालन हुंदा है और लैता हुंदी है, वो सर्व व्यापक परम सत्या एक है। हिंदुआं विच भी वो है, मुसलमानां विच भी, सिखां विच भी, सारियां दे अंदर इक्को ही वस रहा है। सारे जगत दे कण कण दे अंदर इक्को ही समाया होया है। जेड़ा इस भेत नूं जान लवे, गुरु जी कहंदे ने मैं ओहदा दास हां। ਹੁਣ ਦੇਖੋ ਕਿੰਨੀ ਸਿੰਪਲ ਗੱਲ, ਕਿੰਨੇ ਸੌਖੇ ਢੰਗ ਦੇ ਨਾਲ ਸਾਨੂੰ ਸਮਝਾਈ। ਤਾਂ ਲੋੜ ਇਹਨਾਂ ਚੀਜ਼ਾਂ ਤੇ ਅਮਲ ਕਰਨ ਦੀ ਹੈ ਪੂਰੀ ਦੁਨੀਆ ਨੂੰ। ਜੇ ਹੁਣ ਸਾਰੀ ਦੁਨੀਆ ਦੇ ਲੋਕ ਇਸ ਚੀਜ਼ ਤੇ ਅਮਲ ਕਰਨ ਤਾਂ ਸੋਚੋ ਸੰਸਾਰ ਕਿੰਨਾ ਸੁਹਾਵਣਾ ਹੋ ਜਾਏਗਾ। ਅਸੀਂ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਕਰੀਏ, ਰੱਬ ਵਰਗੇ ਹੋ ਕੇ ਜੀਵੀਏ, ਜੋ ਕੁਦਰਤ ਦੇ ਕਾਨੂੰਨ ਨੇ ਉਹਨਾਂ ਦੇ ਦਾਇਰੇ ਵਿੱਚ ਰਹੀਏ, अंदर जो साडे शुभ गुण ने उन्हां नूं होर डिवेलप रोज रोज होर करिए तां किन्ना सोहना संसार हो जाएगा, किन्ना सोहने परिवार हो जाणगे। की फिर एटम बम दी बनाउण दी लोड़ पवेगी? मिजाइलां टैंकां दी जरूरत पवेगी? की घर वाली नूं कुੱਟਣ ਦੀ लोड़ पैगी फिर, जां घर वाली नूं वेलना चुक्कण दी लोड़ पवेगी? सवाल ही नहीं पैदा हुंदा। किन्ना सौखा जीवन हो जाएगा ना। जरूरत अमल करन दी है। जे अमल नहीं करदे ਤੇ ਫਿਰ ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ, ਸਾਥ ਵਾਲੀ ਅਵਸਥਾ ਹੋ ਜਾਏਗੀ। ਹੁਣ ਅਗਲਾ ਬਚਨ ਕਰਦੇ ਨੇ ਕਿ ਇਹ ਸਾਰਾ ਕੁਝ ਕਿਵੇਂ ਹੋਣਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਸਮਝਾ ਰਹੇ ਨੇ ਅਗਲੇ ਸ਼ਲੋਕ ਵਿੱਚ ਕਿ ਐਸਾ ਮਿਲੇਗਾ ਕਿਵੇਂ, ਇਹੋ ਜੀ ਸੋਚ ਬਣੇ ਕਿਵੇਂ, ਇਹ ਸਮਝ ਕਿਵੇਂ ਆਏ ਕਿ ਧਰਮ ਵੀ ਇੱਕ ਹੀ ਹੈ, ਰੱਬ ਵੀ ਇੱਕ ਹੈ, ਸਾਰੀ ਕਾਇਨਾਤ ਦੇ ਅੰਦਰ ਸਮਾਇਆ ਹੋਇਆ ਹੈ। दुख साडे वास्ते दारू हो सकते ने, गलत वरतों करने नाल सुख साडे वास्ते रोग हो सकते ने। इहदी समझ किवें आए? गुरु जी एक मिसाल दे रहे हैं, कहंदे ने कुंभे बद्धा जल रहे। इत्थे कुंभ दा मतलब है घड़ा, कि जो पानी है घड़े दे अंदर बजा होया रह सकता है। जे फर्श ते डोल दो तो पानी रह नहीं ना सकता। फर्श ते डोलिया पानी एक जगह ते टिकना नहीं, किसी घड़े बर्तन दे अंदर बजा होया रह सकता है। जल बिन कुंभ ना होए, पर पानी तो बिना घड़ा बन नहीं सकता।
ਪਾਣੀ ਬੱਝਾ ਵੀ ਰਹਿੰਦਾ ਹੈ ਘੜੇ ਦੇ ਅੰਦਰ, ਤੇ ਪਾਣੀ ਤੋਂ ਬਿਨਾਂ ਘੜਾ ਬਣ ਨਹੀਂ ਸਕਦਾ। ਹੁਣ ਘੁਮਿਆਰ ਵੀਰ ਮਿੱਟੀ ਕੁੱਟਦਾ ਹੈ, ਉਹਨੂੰ ਛਾਣਦਾ ਹੈ, ਰੋੜੀਆਂ ਬਾਹਰ ਕੱਢਦਾ ਹੈ, ਫਿਰ ਉਹਦੇ ਵਿੱਚ ਪਾਣੀ ਪਾ ਕੇ ਉਸ ਮਿੱਟੀ ਨੂੰ ਗਾਲਦਾ ਹੈ, ਫਿਰ ਉਹਨੂੰ ਗੁੰਨਦਾ ਹੈ, ਫਿਰ ਹੀ ਘੜਾ ਬਣਦਾ ਨਾ। ਮਿੱਟੀ ਵਿੱਚ ਪਾਣੀ ਨਾ ਪਾਇਆ ਜਾਏ ਤੇ ਘੜਾ ਬਣੇਗਾ ਨਹੀਂ, ਸੁੱਕੀ ਮਿੱਟੀ ਦਾ ਬਣਨਾ ਨਹੀਂ। ਘੜੇ ਤੋਂ ਬਿਨਾਂ ਪਾਣੀ ਨਹੀਂ ਰਹਿ ਸਕਦਾ ਤੇ ਪਾਣੀ ਤੋਂ ਬਿਨਾਂ ਘੜਾ ਬਣ ਨਹੀਂ ਸਕਦਾ। ਪਾਣੀ ਤੋਂ ਬਿਨਾਂ ਘੜੇ ਦੀ ਹੋਂਦ ਨਹੀਂ ਬਣਦੀ, ਔਰ ਘੜੇ ਤੋਂ ਬਿਨਾਂ, ਬਰਤਨ ਤੋਂ ਬਿਨਾਂ ਪਾਣੀ ਬੱਝਾ ਹੋਇਆ ਨਹੀਂ ਰਹਿ ਸਕਦਾ। ਐਵੇਂ ਗੁਰੂ ਸਾਹਿਬ ਜੀ ਕਹਿੰਦੇ ਨੇ, ਗਿਆਨ ਕਾ ਬੱਧਾ ਮਨ ਰਹੇ। ਗਿਆਨ ਦਾ ਬੱਝਾ ਹੋਇਆ ਮਨ ਰਹਿ ਸਕਦਾ, ਟਿਕ ਸਕਦਾ ਜੇ ਗਿਆਨ ਹੋਵੇ। ਗਿਆਨ ਹੋਵੇ ਕਿ ਇਹ ਕੰਮ ਮੈਂ ਕਰਾਂਗਾ, ਜੋ ਮੇਰਾ ਮਨ ਦੇ ਵਿੱਚ ਭਾਵਨਾ ਆ ਰਹੀ ਹੈ, ਜੇ ਮੈਂ ਇਹ ਕੰਮ ਕੀਤਾ ਤੇ ਗਲਤ ਹੋਏਗਾ। ਜੇ ਗਿਆਨ ਹੋਵੇ ਨਾ ਕਿ ਬੇਗਾਨੀ ਧੀ ਭੈਣ ਸਮਝਣਾ, ਜਿਵੇਂ ਮੈਂ ਕਿਸੇ ਦੀ ਪਰਾਈ ਧੀ ਨੂੰ ਵੇਖ ਰਿਹਾ, ਐਵੇਂ ਮੇਰੀ ਧੀ ਵੱਲ ਕੋਈ ਵੇਖੇਗਾ ਤੇ ਫਿਰ ਮੈਂ ਕੀ ਫੀਲ ਕਰਾਂਗਾ। ਗਿਆਨ ਹੋਏਗਾ ਨਾ ਤਾਂ ਬੰਦਾ ਗਿਆਨ ਦੀ ਸਹੀ ਵਰਤੋਂ ਕਰੇਗਾ, ਤਾਂ ਬੰਦਾ ਇਹ ਮਾੜੇ ਕਰਮ ਨਹੀਂ ਕਰੇਗਾ। ਇਸ ਲਈ ਗਿਆਨ ਦਾ ਮਤਲਬ ਹੈ ਗਿਆਨ ਦੀ ਸਹੀ ਵਰਤੋਂ ਕਰਨੀ। ਗਿਆਨ ਦਾ ਬੱਝਾ ਹੋਇਆ ਮਨ ਰਹਿ ਸਕਦਾ ਹੈ ਆਪਣੇ ਗੋਲ ਤੇ, ਆਪਣੇ ਏਮ ਤੇ, ਆਪਣੇ ਉੱਚੇ ਆਚਰਨ ਤੇ, ਉੱਚੇ ਆਦਰਸ਼ ਤੇ। ਪਰ ਗੁਰੂ ਜੀ ਕਹਿੰਦੇ ਨੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਜਿਵੇਂ ਘੜੇ ਦੇ ਵਿੱਚ ਪਾਣੀ ਟਿਕਦਾ ਹੈ, ਪਰ ਪਾਣੀ ਤੋਂ ਬਿਨਾਂ ਘੜਾ ਨਹੀਂ ਨਾ ਬਣਦਾ, ਐਵੇਂ ਗੁਰੂ ਤੋਂ ਬਿਨਾਂ ਗਿਆਨ ਨਹੀਂ ਮਿਲਦਾ। ਸਮਝ ਨਹੀਂ ਆਉਂਦੀ ਗਿਆਨ ਗੁਰੂ ਤੋਂ ਬਿਨਾਂ। ਸਮਝ ਚਾਹੀਦੀ ਹੈ ਨਾ, ਕਾਮਨ ਸੈਂਸ ਚਾਹੀਦੀ ਹੈ, ਵਿਵੇਕ ਬੁੱਧ ਚਾਹੀਦੀ ਹੈ। ਜਿਵੇਂ ਜਿਵੇਂ ਅਸੀਂ ਗਿਆਨ ਦੀ ਵਰਤੋਂ ਸਹੀ ਕਰਾਂਗੇ, ਸਾਡੇ ਅੰਦਰ ਕਾਮਨ ਸੈਂਸ ਪੈਦਾ ਹੋਏਗੀ, ਵਿਵੇਕ ਬੁੱਧ ਪੈਦਾ ਹੋਏਗੀ, ਤੇ ਉਸ ਵਿਵੇਕ ਬੁੱਧ ਨਾਲ, ਗਿਆਨ ਦੇ ਨਾਲ ਆਪਣੇ ਮਨ ਨੂੰ ਅਸੀਂ ਵਿਕਾਰਾਂ ਵੱਲ ਦੌੜਨ ਤੋਂ ਰੋਕਾਂਗੇ। ਤਾਂ ਇਸ ਲਈ ਸਾਨੂੰ ਸੱਚੇ ਗੁਰੂ ਦੀ ਜ਼ਰੂਰਤ ਹੈ। ਤੇ ਦੇਖੋ, ਗੁਰੂ ਦੇ ਨਾਮ ਦੇ ਉੱਤੇ ਕਿਤਨੀਆਂ ਦੁਕਾਨਾਂ ਚੱਲ ਰਹੀਆਂ ਨੇ, ਕਿੰਨੇ ਸਾਰੇ ਗੁਰੂ ਨੇ। ਇੱਟ ਪੁੱਟੋ ਗੁਰੂ ਨਿਕਲ ਆਉਂਦਾ। ਅੱਜ ਕੱਲ ਤੇ ਗੁਰੂ ਇੱਟਾਂ ਹੱਥ ਦੇ ਵਿੱਚ ਫੜ ਕੇ ਲੱਗੇ ਫਿਰਦੇ ਨੇ ਵੀ ਮੇਰੀ ਗੱਲ ਮੰਨ ਨਹੀਂ ਤੇ ਮੈਂ ਇੱਟ ਤੇਰੇ ਸਿਰ 'ਚ ਮਾਰ ਦੇਣੀ। ਤਾਂ ਇਸ ਲਈ ਸੱਚਾ ਗੁਰੂ, ਸਾਨੂੰ ਹੁਣ ਭਟਕਣ ਦੀ ਲੋੜ ਨਹੀਂ ਹੈ, ਕਿਉਂਕਿ ਸ਼ਬਦ ਗੁਰੂ ਪੀਰਾ ਗਹਿਰ ਗੰਭੀਰਾ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਗਿਆਨ ਲੈਣਾ ਹੈ, ਅਗਵਾਈ ਲੈਣੀ ਹੈ। ਇਸ ਲਈ ਜੇ ਸਾਡੀ ਇਹ ਚੀਜ਼ ਸਮਝ ਵਿੱਚ ਆ ਜਾਏ ਨਾ ਕਿ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ, ਫਿਰ ਸਾਡੇ ਆਪਸੀ ਤਾਲਮੇਲ ਵਧੀਆ ਬਣ ਜਾਣਗੇ। ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ ਕੋਈ ਕਿਸੇ ਨਾਲ ਜੁੜ ਗਿਆ, ਕੋਈ ਕਿਸੇ ਨਾਲ ਜੁੜ ਗਿਆ ਤੇ ਸਾਡੇ ਵੱਖਰੇਵੇਂ ਹੋ ਗਏ। ਜੇ ਸਾਰੇ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀਏ, ਗੁਰਬਾਣੀ ਨੂੰ ਆਪ ਪੜ੍ਹੀਏ, ਜਿਵੇਂ ਹੁਣ ਅਸੀਂ ਕਲਾਸ ਵਿੱਚ ਚੀਜ਼ਾਂ ਵਿਚਾਰ ਰਹੇ ਹਾਂ, ਗੁਰਬਾਣੀ ਨੂੰ ਅਸੀਂ ਵਿਚਾਰੀਏ, ਆਪਣੇ ਆਪਣੇ ਵਿਊਜ਼ ਸਾਰੇ ਦਵੀਏ, ਤਾਂ ਸਾਡੇ ਕੋਲ ਜੀਵਨ ਦਾ ਇੱਕ ਚੰਗਾ ਰਾਹ ਨਿਕਲੇਗਾ, ਜੀਵਨ ਦੀ ਜੁਗਤ ਨਿਕਲੇਗੀ, ਵੇ ਆਫ ਲਾਈਫ ਸਾਨੂੰ ਮਿਲੇਗਾ। ਅਗਲਾ ਬਚਨ ਕਰਦੇ ਨੇ ਪੌੜੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ, ਪੜਿਆ ਹੋਵੇ ਗੁਨਹਗਾਰ ਤਾਂ ਓਮੀ ਸਾਧ ਨਾ ਮਾਰੀਏ। ਓਮੀ ਦਾ ਮਤਲਬ ਓਮ ਓਮ ਕਰਨ ਵਾਲਾ, ਯਾਨੀ ਅਨਪੜ੍ਹ ਭੋਲਾ ਭਾਲਾ ਬੰਦਾ। ਹੁਣ ਗੁਰੂ ਜੀ ਕਹਿੰਦੇ ਨੇ ਵੀ ਜੇ ਕੋਈ ਪੜਿਆ ਲਿਖਿਆ ਗੁਨਾਹ ਕਰੇ ਨਾ, ਪਾਪ ਕਰੇ, ਤਾਂ ਉਹਦਾ ਫਲ ਪੜੇ ਲਿਖੇ ਨੂੰ ਹੀ ਮਿਲੇਗਾ। ਇਹ ਨਹੀਂ ਕਿ ਕੋਈ ਕਵੇ ਯਾਰ ਇਹਦੇ ਕੋਲ ਤੇ 5 ਮਾਸਟਰ ਡਿਗਰੀਆਂ ਨੇ ਤੇ ਇਹਨੇ ਕਤਲ ਕਰ ਦਿੱਤਾ ਤੇ ਇੰਜ ਕਰੋ, ਆ ਗੁਆਂਢੀਆਂ ਦਾ ਮੁੰਡਾ ਅਨਪੜ੍ਹ ਹੈਗਾ, ਇਹਨੂੰ ਫਾਂਸੀ ਦੇ ਦਿਓ। ਐਵੇਂ ਥੋੜਾ ਹੋਏਗਾ। ਜੇ ਪੜਿਆ ਲਿਖਿਆ ਕੋਈ ਗਲਤੀ ਕਰਦਾ ਹੈ ਤਾਂ ਉਹ ਗੁਨਾਹ ਪੜੇ ਲਿਖੇ ਦਾ ਹੀ ਹੈ। ਉਹਦੀ ਜਗ੍ਹਾ ਤੇ ਦੂਜੇ ਕਿਸੇ ਅਨਪੜ੍ਹ ਨੂੰ ਨਹੀਂ ਮਾਰਿਆ ਜਾ ਸਕਦਾ, ਕਿਸੇ ਅਨਪੜ੍ਹ ਨੂੰ ਜੇਲ੍ਹ ਵਿੱਚ ਨਹੀਂ ਭੇਜਿਆ ਜਾ ਸਕਦਾ। ਜਿਹਾ ਕਾਲੇ ਕਾਲਣਾ ਤੇਵੇ ਹੋ ਨਾਉ ਪਚਾਰੀਏ। ਪਚਾਰੀਏ ਦਾ ਮਤਲਬ ਪ੍ਰਚਾਰਿਆ ਜਾਂਦਾ ਹੈ। ਗੁਰੂ ਜੀ ਕਹਿੰਦੇ ਨੇ ਜਿਵੇਂ ਦੀ ਕੋਈ ਕਾਲਣਾ ਕਾਲਦਾ ਹੈ, ਮਤਲਬ ਕਰਮ ਕਰਦਾ ਹੈ, ਬੋਲ ਬੋਲਦਾ ਹੈ, ਸੋਚਦਾ ਹੈ, ਵਿਹਾਰ ਕਰਦਾ ਹੈ, ਜਿਵੇਂ ਦਾ ਕਿਸੇ ਦਾ ਬਿਹੇਵੀਅਰ ਹੈ, ਤੇਵੇ ਹੋ ਨਾਉ ਪਚਾਰੀਏ, ਉਹਦਾ ਉਸੇ ਤਰ੍ਹਾਂ ਦਾ ਨਾਮ ਪ੍ਰਚਾਰ ਦਿੱਤਾ ਜਾਂਦਾ ਹੈ। ਪਾਪ ਕਮਾਣੇ ਪਾਪੀ ਜਾਣੀਏ। ਇੱਥੇ ਚੰਗਿਆਂ ਨੂੰ ਚੰਗਾ ਔਰ ਮੰਦਿਆਂ ਨੂੰ ਮੰਦਾ ਕਹਿੰਦੇ ਨੇ। ਧਰਮੀ ਨੂੰ ਧਰਮੀ ਔਰ ਅਧਰਮੀ ਨੂੰ ਅਧਰਮੀ ਕਿਹਾ ਜਾਂਦਾ ਹੈ। ਇਹ ਕੁਦਰਤ ਦਾ ਨਿਯਮ ਹੈ, ਇਹਦੇ ਤੋਂ ਕੋਈ ਬਚ ਨਹੀਂ ਸਕਦਾ। ਔਰ ਆਪਣੇ ਕਰਮ ਦਾ ਫਲ ਹਰ ਇਨਸਾਨ ਨੂੰ ਆਪ ਐਸੇ ਜੀਵਨ ਦੇ ਅੰਦਰ ਪਾਣਾ ਪਵੇਗਾ। ਫਾਰ ਐਗਜ਼ਾਮਪਲ, ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਤੁਹਾਡਾ ਇੱਕ ਪਰਿਵਾਰਕ ਮੈਂਬਰ ਹਾਂ, ਮੈਂ ਤੁਹਾਡਾ ਵੀਰ ਭਰਾ ਹਾਂ,
ਤੇ ਮੇਰੇ ਇਸ ਕਹਿਣ ਦੇ ਨਾਲ ਤੁਸੀਂ ਵੀ ਵਿਸ਼ਵਾਸ ਕਰਦੇ ਹੋ, ਮੇਰੇ ਨਾਲ ਆਪਣੇ ਵੀਰਾਂ ਭਰਾਵਾਂ ਵਰਗਾ ਵਿਹਾਰ ਕਰਦੇ ਹੋ, ਤਾਂ ਇਹ ਮੇਰੇ ਵਿਹਾਰ ਦਾ ਫਲ ਮਿਲਿਆ। ਤੇ ਜੇ ਮੈਂ ਤੁਹਾਡੇ ਨਾਲ ਈਰਖਾ ਕਰਾਂ, ਤੁਹਾਡੀਆਂ ਕਾਰਾਂ ਦੇ ਸ਼ੀਸ਼ੇ ਚੋਰੀ ਭੰਨ ਜਾਵਾਂ ਤੇ ਪਤਾ ਲੱਗੇਗਾ, ਤੇ ਫਿਰ ਤੁਸੀਂ ਕੀ ਕਰੋਗੇ? ਤੁਸੀਂ ਕਹੋਗੇ ਨਾ ਯਾਰ ਇਹ ਬੜਾ ਬੇਵਕੂਫ ਬੰਦਾ, ਉੱਤੋਂ ਕੁਛ ਤੇ ਅੰਦਰੋਂ ਕੁਛ। ਇਸ ਲਈ ਜਿਵੇਂ ਦੇ ਕੋਈ ਕਰਮ ਕਰੇਗਾ ਉਹਦਾ ਨਾਂ ਉਵੇਂ ਪ੍ਰਚਾਰ ਦਿੱਤਾ ਜਾਏਗਾ। ਇਹ ਗੱਲ ਵੱਖਰੀ ਹੈ ਕਿ ਕੋਈ ਅਮੀਰ ਹੈ ਜਾਂ ਤਾਕਤਵਰ ਹੈ, ਉਹਦੇ ਮੂੰਹ ਤੇ ਲੋਕ ਨਾ ਕਹਿਣ, ਲੇਕਿਨ ਉਹਦਾ ਬਾਅਦ ਦੇ ਵਿੱਚ ਤੇ ਨਾਂ ਪਿੰਡਾਂ ਵਿੱਚ ਕਿਆ ਹੁੰਦਾ ਨਾ, ਸ਼ਹਿਰਾਂ ਵਿੱਚ, ਰਿਸ਼ਤੇਦਾਰਾਂ ਵਿੱਚ, ਤਾਂ ਉਹਦਾ ਉਵੇਂ ਨਾਮ ਪ੍ਰਚਾਰਿਆ ਜਾਂਦਾ ਹੈ। ਰੱਬੀ ਦਰਗਾਹ ਦਾ ਮਤਲਬ ਰੱਬ ਦੀ ਜੋ ਆ ਸੰਸਾਰ ਹੈ, ਇਹ ਸੰਸਾਰ ਹੀ ਰੱਬ ਦੀ ਦਰਗਾਹ, ਇਹਦਾ ਨਿਯਮ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਐਸੀ ਕਲਾ ਨਾ ਖੇਡੀਐ ਜਿਤ ਦਰਗਾਹ ਗਿਆ ਹਾਰੀਐ। ਭਈ ਕੋਈ ਇਹੋ ਜਿਹੀ ਜੀਵਨ ਦੀ ਖੇਡ ਨਾ ਖੇਡੋ ਕਿ ਰੱਬ ਦੀ ਦਰਗਾਹ ਵਿੱਚ ਤੁਸੀਂ ਜੀਵਨ ਬਾਜੀ ਹਾਰ ਜਾਓ। ਰੱਬ ਦੀ ਦਰਗਾਹ, ਹੁਣ ਰੱਬ ਕਿੱਥੇ ਹੈ? ਰੱਬ ਦੀ ਦਰਗਾਹ ਉਹ ਹੀ ਹੈ ਨਾ ਜਿੱਥੇ ਰੱਬ ਹੈ। ਤੇ ਰੱਬ ਕਿੱਥੇ ਵੇ? ਰੱਬ ਹੈ ਸੰਸਾਰ ਵਿੱਚ, ਕੁਦਰਤ ਕਰਕੇ ਵਸਿਆ ਸੋਏ, ਸਭੈ ਘਟ ਰਾਮ ਬੋਲੇ। ਇਸ ਲਈ ਤੁਹਾਡੇ ਅੰਦਰ ਰੱਬ ਦੀ ਦਰਗਾਹ ਹੈ। ਜਦੋਂ ਆਪਣੇ ਅੰਤਰ ਆਤਮੇ ਆਵਾਜ਼ ਦਿਓਗੇ, ਹੁਣ ਮੈਂ ਆਪਣੇ ਤੋਂ ਪੁੱਛਾਂ ਵੀ ਭਾਈ ਮੋਹਰ ਸਿਆਂ, ਜਿਵੇਂ ਤੂੰ ਇਹਨਾਂ ਵੀਰਾਂ ਭਰਾਵਾਂ ਦੇ ਅੱਗੇ ਬਣ ਕੇ ਬੈਠਾ ਹੈ, ਤੂੰ ਐਵੇਂ ਦਾ ਹੀ ਹੈ ਅੰਦਰੋਂ? ਤੇ ਜੇ ਅੰਦਰੋਂ ਆਵਾਜ਼ ਆ ਜਾਏ ਵੀ ਨਹੀਂ, ਤਾਂ ਮੈਂ ਜੀਵਨਬਾਜ਼ੀ ਹਾਰ ਗਿਆ ਨਾ। ਜਿੱਥੇ ਚਾਰ ਬੰਦੇ ਇਕੱਠੇ ਹੋਏ ਹੋਣ ਤੇ ਉੱਥੇ ਮੈਂ ਕੋਈ ਗੱਲ ਕਰਾਂ ਤੇ ਲੋਕ ਆਖਣ ਵੀ ਤੂੰ ਆਪ ਇਹੋ ਜਿਹੀ ਜ਼ਿੰਦਗੀ ਜੀ ਰਿਹਾ, ਹਾਰ ਗਿਆ ਨਾ ਜੀਵਨ। ਮੇਰੇ ਰਿਸ਼ਤੇਦਾਰ ਸੱਜਣ ਮਿੱਤਰ ਮੇਰੇ ਤੋਂ ਕਿਸੇ ਗੱਲੋਂ ਨਾਰਾਜ਼ ਹੋਣ, ਮੇਰਾ ਬਿਹੇਵ ਮਾੜਾ ਹੋਏ, ਤੇ ਮੈਂ ਹਾਰ ਗਿਆ ਨਾ ਜੀਵਨ। ਤਾਂ ਗੁਰੂ ਜੀ ਕਹਿੰਦੇ ਨੇ, ਐਸੀ ਕਲਾ ਨਾ ਖੇਡੋ, ਜੀਵਨ ਨੂੰ ਇਸ ਢੰਗ ਦੇ ਨਾਲ ਨਾ ਜੀਵੋ ਕਿ ਜੀਵਨ ਬਾਜੀ ਹਾਰ ਜਾਓ। ਐਵੇਂ ਜ਼ਿੰਦਗੀ ਜੀਓ ਕਿ ਜਿੱਥੇ ਤੁਸੀਂ ਰਹੋ ਤੁਹਾਨੂੰ ਮਾਣ ਸਤਿਕਾਰ ਮਿਲੇ ਸੱਚੇ ਦਿਲੋਂ। ਜਿੱਥੇ ਤੁਸੀਂ ਜਾਣਾ ਹੋਵੇ ਤੁਹਾਡੀ ਇੰਤਜ਼ਾਰ ਹੋ ਰਹੀ ਹੋਵੇ ਖੁਸ਼ੀਆਂ ਦੇ ਨਾਲ, ਯਾਰ ਫਲਾਂ ਬੰਦਾ ਆ ਰਿਹਾ, ਕਿਆ ਬਾਤ, ਆਨੰਦ ਆਏਗਾ। ਤੇ ਜਿੱਥੋਂ ਤੁਸੀਂ ਜਾਓ ਉੱਥੇ ਤੁਹਾਨੂੰ ਲੋਕ ਯਾਦ ਕਰਨ। ਇਹਨੂੰ ਕਹਿੰਦੇ ਨੇ ਜੀਵਨ ਬਾਜੀ ਨੂੰ ਜਿੱਤਣਾ। ਮਨ ਜੀਤੈ ਜਗ ਜੀਤ। ਜਗਤ ਦਾ ਜਿੱਤਣਾ ਕੀ ਹੈ? ਸਾਡਾ ਸਾਰਿਆਂ ਦਾ ਇੱਕ ਨਿੱਕਾ ਨਿੱਕਾ ਸੰਸਾਰ ਹੈ। ਮੇਰੇ ਪਰਿਵਾਰ, ਮੇਰੇ ਰਿਸ਼ਤੇਦਾਰ, ਸੱਜਣ ਮਿੱਤਰ, ਤੁਸੀਂ ਵੀਰ ਭੈਣਾਂ, ਇਹ ਮੇਰਾ ਇੱਕ ਸੰਸਾਰ ਹੈ। ਤੇ ਜੇ ਮੈਂ ਆਪਣੇ ਇਸ ਨਿੱਕੇ ਜਿਹੇ ਸੰਸਾਰ ਵਿੱਚ ਐਵੇਂ ਜ਼ਿੰਦਗੀ ਜੀਣਾ ਕਿ ਮੈਂ ਤੁਹਾਡਾ, ਆਪਣੇ ਵੀਰਾਂ ਭੈਣਾਂ ਦਾ, ਰਿਸ਼ਤੇਦਾਰਾਂ ਦਾ ਦਿਲ ਜਿੱਤ ਲੈਣਾ, ਤੁਹਾਡੇ ਕੋਲੋਂ ਮੈਂ ਸੱਚਾ ਮਾਣ ਆਦਰ ਹਾਸਲ ਕਰ ਲੈਣਾ, ਤਾਂ ਸਮਝ ਲਓ ਮੈਂ ਆਪਣੇ ਸੰਸਾਰ ਨੂੰ ਜਿੱਤ ਲਿਆ। ਤੇ ਜੇ ਮੈਂ ਆਪਣੀਆਂ ਭੈਣਾਂ ਤੋਂ, ਧੀਆਂ ਪੁੱਤਰਾਂ ਤੋਂ ਸੱਚਾ ਮਾਣ ਨਹੀਂ ਪਾ ਸਕਿਆ, ਉਹਨਾਂ ਦੇ ਦਿਲ ਨਹੀਂ ਜਿੱਤ ਸਕਿਆ, ਤੇ ਬਾਕੀ ਜਗਤ ਨੂੰ ਮੈਂ ਸਵਾਹ ਜਿੱਤਣਾ। ਤਾਂ ਗੁਰੂ ਜੀ ਕਹਿੰਦੇ ਨੇ, ਪਿਆਰਿਓ, ਇਹੋ ਜਿਹੀ ਖੇਡ ਨਾ ਖੇਡੋ ਜਿਸ ਕਰਕੇ ਰੱਬੀ ਨਿਯਮਾਂ ਦੇ ਅੱਗੇ ਹਾਰ ਜਾਓ। ਪੜਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਏ। ਅੱਗੇ ਦਾ ਮਤਲਬ ਇਸ ਜਗਤ ਦੇ ਅੰਦਰ। ਪੜਿਆ ਔਰ ਓਮੀਆਂ ਅਨਪੜ੍ਹ, ਇਹ ਚੀਜ਼ ਨਹੀਂ ਵਿਚਾਰੀ ਜਾਏਗੀ ਕਿ ਕੌਣ ਪੜਿਆ ਤੇ ਕੌਣ ਅਨਪੜ੍ਹ ਹੈ। ਕਰਮ ਵੇਖੇ ਜਾਣਗੇ ਕਿ ਕਰਮ ਕਿੰਨੇ ਚੰਗੇ ਕੀਤੇ ਨੇ। ਇੱਕ ਅਨਪੜ੍ਹ ਬੰਦਾ ਹੈ, ਉਹ ਕਿਸੇ ਦੀ ਹੈਲਪ ਵੀ ਕਰਦਾ ਹੈ, ਉਹ ਸੱਚੀ ਕਿਰਤ ਕਰਦਾ ਹੈ, ਬੇਈਮਾਨੀ ਨਹੀਂ ਕਰਦਾ, ਨਸ਼ਿਆਂ ਆਦਿਕ ਦੀ ਵਰਤੋਂ ਨਹੀਂ ਕਰਦਾ, ਬੜੇ ਪਿਆਰ ਸਤਿਕਾਰ ਦੇ ਨਾਲ ਜੀਂਦਾ ਹੈ, ਵੱਡਿਆਂ ਨੂੰ ਸਤਿਕਾਰ ਦਿੰਦਾ ਹੈ, ਹਮ ਉਮਰ ਨਾਲ ਪਿਆਰ ਕਰਦਾ ਹੈ, ਛੋਟਿਆਂ ਦੇ ਨਾਲ ਸਨੇਹ ਕਰਦਾ ਹੈ, ਅਨਪੜ੍ਹ। ਦੂਜਾ ਬੰਦਾ ਮਾਸਟਰ ਡਿਗਰੀ ਹੈ, ਵੱਡਿਆਂ ਦਾ ਸਤਿਕਾਰ ਨਹੀਂ ਕਰਦਾ, ਹਮ ਉਮਰ ਨਾਲ ਪਿਆਰ ਨਹੀਂ ਕਰਦਾ, ਛੋਟਿਆਂ ਨਾਲ ਸਨੇਹ ਨਹੀਂ ਕਰਦਾ, ਰਿਸ਼ਵਤ ਲੈਂਦਾ ਹੈ, ਸ਼ਰਾਬਾਂ ਪੀਂਦਾ ਹੈ, ਜਾਂ ਨਸ਼ਿਆਂ ਦੀ ਤਸਕਰੀ ਕਰਦਾ ਹੈ, ਤਾਂ ਚੰਗਾ ਕਿਹਨੂੰ ਕਹੋਗੇ, ਪੜ੍ਹੇ ਨੂੰ ਕਿ ਅਨਪੜ੍ਹ ਨੂੰ? ਗੱਲ ਪੜ੍ਹੇ ਅਨਪੜ੍ਹ ਦੀ ਨਹੀਂ ਕਿ ਆਪਣੇ ਅੰਦਰ ਹੀਨ ਭਾਵਨਾ ਪੈਦਾ ਕਰੋ ਕਿ ਯਾਰ ਮੈਂ ਪੜ੍ਹਿਆ ਨਹੀਂ, ਤੇ ਕੋਈ ਆਪਣੇ ਅੰਦਰ ਹੰਕਾਰ ਪੈਦਾ ਕਰੇ ਕਿ ਮੈਂ ਪੜ੍ਹਿਆ ਹਾਂ। ਤਾਂ ਗੁਰੂ ਜੀ ਕਹਿੰਦੇ ਨੇ, ਕਰਮ ਦੇਖੋ ਕਿਤੇ ਚੰਗੇ ਨੇ। ਇਹਦਾ ਮਤਲਬ ਇਹ ਨਹੀਂ ਕਿ ਪੜ੍ਹਾਈ ਨਾ ਕਰੋ, ਗੱਲ ਇਹ ਹੈ ਕਿ ਕਰਮ ਚੰਗੇ ਕਰੋ, ਸੋਚ ਚੰਗੀ ਰੱਖੋ, ਰੱਬੀ ਰਜ਼ਾ ਦੇ ਅੰਦਰ ਤੁਰੋ। ਮੂੰਹ ਚੱਲੇ ਸੋ ਅੱਗੇ ਮਾਰੀਏ। ਮੂੰਹ ਚੱਲੇ ਦਾ ਮਤਲਬ ਆਪ ਖੁਦਰਾ ਜਿਹੜਾ ਚੱਲਦਾ ਹੈ ਨਾ, ਉਹ ਅੱਗੇ ਮਾਰਿਆ ਜਾਂਦਾ ਹੈ। ਅੱਗੇ ਦਾ ਮਤਲਬ ਇਹ ਨਹੀਂ ਕਿ ਮਰਨ ਤੋਂ ਬਾਅਦ, ਅੱਗੇ ਦਾ ਮਤਲਬ ਆਉਣ ਵਾਲੇ ਟਾਈਮ ਵਿੱਚ। ਜੇ ਹੁਣ ਮੈਂ ਮੂੰਹ ਬੜਬੋਲਾ ਹੋਵਾਂਗਾ, ਆਉਣ ਵਾਲੇ ਟਾਈਮ ਵਿੱਚ ਮੇਰੇ ਰਿਸ਼ਤੇ ਨਾਤੇ ਟੁੱਟ ਜਾਣਗੇ। ਜੇ ਮੈਂ ਆਪਣੇ ਬੌਸ ਦੇ ਨਾਲ ਠੀਕ ਢੰਗ ਨਾਲ ਨਹੀਂ ਵਰਤਦਾ, ਮੈਂ ਨੌਕਰੀ ਤੋਂ ਖਾਰਜ ਹੋ ਜਾਵਾਂਗਾ। ਜੇ ਮੈਂ ਟਾਈਮ ਨਾਲ ਫੈਕਟਰੀ ਵਿੱਚ ਨਹੀਂ ਜਾਂਦਾ ਤੇ ਅੱਗੇ ਮਾਰੀਏ ਦਾ ਮਤਲਬ ਫਿਰ ਮੇਰੀ ਡਿਊਟੀ ਕੱਟੀ ਜਾਏਗੀ। ਜੇ ਮੈਂ ਅੱਜ ਰਿਸ਼ਵਤ ਲੈ ਰਿਹਾ, ਚੋਰੀ ਕਰ ਰਿਹਾ, ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਮਾਰਿਆ ਜਾਵਾਂਗਾ।
इसलिए जो आप खुदरा है, जो गुरु ज्ञान मुताबिक जिंदगी नहीं जिंदा, जो इन्हां जातां पातां विच पिया है, जो वक्रे वक्रे धर्मां विच विश्वास रखदा है, जो वक्रे वक्रे रब बनाई बैठा है संसार दे अंदर, सचियार हो के नहीं जींदा, गुरु ज्ञान मुताबिक जिंदगी नहीं जींदा, लॉ ऑफ नेचर का पालन नहीं करता, जो इंसानियत वाली जिंदगी नहीं जींदा, जो गुरु दर्शाए मार्ग ते नहीं चलता, वो आप खुदरा मनुख आत्मक मौते मर जाता है, चाहे वो पढ़िया है या अनपढ़िया है। ਤਾਂ ਅੱਜ ਸਾਨੂੰ ਇਹਨਾਂ ਸ਼ਬਦਾਂ ਔਰ ਪੌੜੀ ਰਾਹੀਂ ਜੋ ਵਿਚਾਰ ਮਿਲਦੀ ਹੈ, ਰੱਬ ਇੱਕ ਹੈ, ਸਾਰੀ ਮਨੁੱਖਤਾ ਦਾ ਸਾਂਝਾ ਧਰਮ ਇੱਕ ਹੈ, ਏਕੋ ਧਰਮ ਦ੍ਰਿੜ ਹੈ, ਸੱਚ ਕੋਈ, ਗੁਰਮਤ ਜੁਗ ਜੁਗ ਪੂਰਾ ਹੋਈ। ਤੀਜੀ ਵਿਚਾਰ ਸਾਨੂੰ ਇਹ ਮਿਲ ਰਹੀ ਹੈ ਕਿ ਸਾਨੂੰ ਸਾਡੇ ਕਰਮਾਂ ਅਨੁਸਾਰ ਇਸ ਦੁਨੀਆ ਵਿੱਚ ਸੁੱਖ ਦੁੱਖ ਮਾਨ ਆਦਰ ਦਾ ਨਿਰਾਦਰ ਮਿਲਣਾ ਹੈ। ਚੌਥੀ ਚੀਜ਼ ਸਾਨੂੰ ਮਿਲ ਰਹੀ ਹੈ ਕਿ ਸਾਡੇ ਦੁੱਖ ਵੀ दारू बन सकते हैं जे उन्होंने असी पॉजिटिव रूप दे विच वेखीए, और जे सुखां दे अंदर असी चंगे कर्म ना करिए जां सुचेत ना रहिए तो साडे सुख भी जिहड़े ने साडी आत्मक मौत का कारण बन सकते